परम सत्कारयोग सतगुरां दी साजी और नवाजी हुई साध संगत जीओ, आप माई भाई धनता दे जोग हो। जिन्हां नूं सतगुरु जी दे चरणां दे विच बैठण दे सुभाग समय प्राप्त होए ने। सतगुरु महाराज जी कहते हैं, बड़ भागी हर संगत पावै, भागहीन प्रम चोटां खावै। सतगुरु महाराज जी कहते जिहड़े बड़े भागां वाले आ, उन्हां नूं सत संगत की प्राप्ति हो जाया करदी है। उन्हां नूं गुरु दर्शनां की प्राप्ति हो जाती है। भागहीन भ्रम चोटां खावै। महाराज जी कहते जिन्हां दे भाग माड़े ने उन्हां नूं गुरां दी संगत प्राप्त नहीं हुंदी। वो सारी जिंदगी भरमां दे विच पै के चोटां खांदे आ, वहमां दे विच पै के भरमां दे विच पै के चोटां खांदे आ। दूसरे पासे महाराज जी कहते ओए बेचारे क्या करे जो भाग तुर मंदे। महाराज जी कहते वो भी बेचारे की कर सकते हैं, उन्होंने भाग तुर तो ही मंदे ने। जिन्हां नूं गुरु दे चरणां दे विच बैठना नहीं मिलता, गुरु की बाणी सुनने नहीं मिलती, उन्होंने धुर तो ही भाग ऐसे ने। दूसरे पासे सतगुरु महाराज जी कहते जिन मस्तक धुर हर लिखिया तिना सतगुर मिलिया राम राम। जिन्हां दे मत्थे ते धुर तो ही लिखिया होया, उन्हां नूं सतगुरु जी मिल जाते ने। आखो सतनाम। सो आओ सारे ही आपां बड़े भागां वाले आ। बाकी जिहड़े रहिंदियां संगतां करके स्नान पानी गुरु के चरणों च सजिया करो भाई। गुरु इतिहास लड़ीवार लगातार चलता आ रहा। कल विचार साडी सी, सतगुरु जी ने आनंदपुर साहिब किला रचना। सतगुरु जी ने नीति नूं मुख रख के पहाड़ी राजे तो अपने आप नूं सुरक्षित करने वास्ते फौजी ढंग का एक बड़ा बड़ा किला बनवाना आरंभ कर दिता। जिसनूं कारीगरां ने अते संगतां ने बड़े उत्साह नाल रात दिन काम करके छेती ही तैयार कर लिया। संगतां ने दिन रात काम करके छेती तैयार कर लिया। जोधियां दे रहन सहन वास्ते, घोड़ियां दे तवेलियां वास्ते, अनाज ते जखीरे वास्ते अते होर लोड़ींदियां सहूलतां हर प्रकार का इस विच प्रबंध किया गया। भाई संतोख सिंह जी लिखते हैं, जैसे प्रहुत हत दैतन के पूत, गन बाहरो देव लोक सुखदायिका, तैसे श्री गुरु गोबिंद सिंह पावटा को जीता, जंग आए कै आनंदपुर नासै देश को चार का।
ਕਹਿੰਦੇ ਜਿਸ ਤਰ੍ਹਾਂ ਇੰਦਰ ਨੇ ਦੈਂਤਾਂ ਦੇ ਪੁੱਤਰ ਨੂੰ ਮਾਰ ਕੇ ਸੁੱਖ ਦੇਣ ਵਾਲੇ ਸੁਰਗ ਨੂੰ ਵਸਾਇਆ, ਵੈਸੇ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪਾਉਂਟਾ ਸਾਹਿਬ ਦਾ ਜੰਗ ਜਿੱਤ ਕੇ ਮੁੜ ਕੇ ਆਣ ਕੇ ਸੁੰਦਰ ਨਗਰ ਆਨੰਦਪੁਰ ਦੇ ਵਿੱਚ ਨਿਵਾਸ ਕੀਤਾ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪ ਵੀ ਇਸ ਤਰ੍ਹਾਂ ਬਚਿੱਤਰ ਨਾਟਕ ਦੇ ਵਿੱਚ ਫਰਮਾਇਆ ਹੈ। ਮਹਾਰਾਜ ਜੀ ਕਹਿੰਦੇ, ਜੁੱਧ ਜੀਤ ਆਏ ਜਬੈ ਟਿਕੇ ਨਾ ਤਿਨ ਪੁਰ ਪਾਵ, ਕਹ ਲੂਰ ਮੈਂ ਬੰਧਿਓ ਆਨ ਆਨੰਦਪੁਰ ਗਾਵ। ਨਿਤਾ ਪ੍ਰਤੀ ਰੋਜ਼ ਸਤਿਗੁਰੂ ਜੀ ਦਿਨ ਚੜ੍ਹਦੇ ਹੀ ਸ਼ਿਕਾਰ ਵਾਸਤੇ ਸੂਰਮਿਆਂ ਨੂੰ ਨਾਲ ਲੈ ਕੇ ਜੰਗਲ ਵਿੱਚ ਚਲੇ ਜਾਂਦੇ ਆ ਔਰ ਦੰਦਰਬੀਆਂ ਬੜੇ ਜ਼ੋਰ ਨਾਲ ਵਜਾਉਂਦੇ, ਜਿਸ ਦੀ ਗੂੰਜ ਸੁਣ ਕੇ ਸੂਰਮੇ ਬੜੇ ਉਤਸ਼ਾਹ ਨਾਲ ਤਿਆਰ ਹੋ ਕੇ ਕੁੱਤੇ, ਬਾਜ ਅਤੇ ਸ਼ਿਕਾਰ ਲੈ ਕੇ ਸੰਘਣੇ ਜੰਗਲ ਵਿੱਚ ਹਿਰਨ, ਸਹੇ ਆਦਿਕ ਜਾਨਵਰਾਂ ਦਾ ਸ਼ਿਕਾਰ ਕਰਕੇ ਇਸ ਹਲਾਹੋਲ ਨਾਲ ਦੁਸ਼ਮਣਾਂ ਦੀ ਛਾਤੀ ਸੜਦੀ ਤੇ ਸੱਜਣਾ ਨੂੰ ਖੁਸ਼ੀ ਹੁੰਦੀ। ਜਿਹੜੇ ਪਹਾੜੀ ਰਾਜੇ ਸੀ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਦੇਖ ਕੇ ਇਸ ਤਰ੍ਹਾਂ ਸੜਦੇ ਰਹਿੰਦੇ ਸੀ, ਈਰਖਾ ਕਰਦੇ ਰਹਿੰਦੇ ਸੀ। ਜਿਹੜੇ ਗੁਰਮੁਖ ਪਿਆਰੇ ਸੇਵਕ ਸੀ, ਸ਼ਰਧਾਲੂ ਸੀ, ਉਹ ਦੇਖ ਦੇਖ ਕੇ ਖੁਸ਼ੀ ਹੁੰਦੇ। ਚੋਰਾਂ ਤੇ ਠੱਗਾਂ ਨੂੰ ਨੀਤੀ ਅਨੁਸਾਰ ਫੜ ਕੇ ਦੰਡ ਦਿੰਦੇ ਅਤੇ ਭਲੇ ਪੁਰਸ਼ ਦੀ ਰੱਖਿਆ ਕਰਦੇ। ਸਤਿਗੁਰੂ ਜੀ ਤੋਂ ਬਿਨਾਂ ਪੁੱਛੇ ਯੋਧੇ ਆਪ ਕਹਿਲੂਰ ਰਾਜ ਦੇ ਪਿੰਡਾਂ ਵਿੱਚੋਂ ਅੰਨ ਦਾਣਾ ਲੈ ਆਉਂਦੇ ਸਨ। ਜਿਹੜਾ ਅੱਗੋਂ ਆਪ ਹੀ ਕੁਝ ਭੇਟਾ ਲੈ ਕੇ ਮਿਲ ਪੈਂਦਾ ਸੀ, ਉਹਦੀ ਰੱਖਿਆ ਕਰਦੇ ਸਨ ਅਤੇ ਜਿਹੜਾ ਅੱਗੋਂ ਆਕੜ ਫਾਕੜ ਕਰਦਾ ਸੀ ਉਸ ਨੂੰ ਦੰਡ ਦਿੰਦੇ ਔਰ ਦੰਡ ਦੇ ਕੇ ਘਾਹ ਦਾਣਾ ਰਸਤ ਪਾਣੀ ਲੋੜ ਅਨੁਸਾਰ ਲੈ ਲੈਂਦੇ। ਸੇਵਾ ਵਾਸਤੇ ਬਹੁਤ ਅੰਨ, ਦੁੱਧ ਆਦਿਕ ਵਸਤੂਆਂ ਨੂੰ ਪਹਾੜੀਆਂ ਦੇ ਘਰਾਂ ਵਿੱਚੋਂ ਮੁੱਲ ਦੇ ਕੇ ਵੀ ਲੈ ਆਉਂਦੇ ਸਨ। ਜਿਹੜਾ ਕੋਈ ਪਹਾੜੀ ਘਰ ਜੋਰੂ ਹੁੰਦਾ ਤਾਂ ਮੁੱਲ ਨਹੀਂ ਸੀ ਦਿੰਦੇ, ਉਸ ਪਾਸੋਂ ਖਾਲਸਾ ਜੈਕਾਰਾਂ ਦੇ ਗੁੰਜਾ ਕੇ ਜਬਰੀ ਲੈ ਆਉਂਦਾ ਸੀ। ਪਿੰਡ ਦੇ ਲੋਕ ਇਸ ਤਰ੍ਹਾਂ ਲੁੱਟ ਮਾਰ ਤੋਂ ਡਰ ਕੇ ਆਪਣੇ ਰਾਜ ਪਾਸ ਜਾ ਕੇ ਪੁਕਾਰ ਕਰਦੇ ਕਿ ਗੁਰੂ ਜੀ ਦਾ ਦਲ ਆਣ ਕੇ ਸਾਡੇ ਘਰਾਂ ਵਿੱਚੋਂ ਘਾਹ, ਦੁੱਧ, ਦਹੀਂ ਆਦਿ ਲੈ ਜਾਂਦਾ ਹੈ। ਰਾਜਾ ਭੀਮ ਚੰਦ ਪਰਜਾ ਪਾਸੋਂ ਇਹ ਸ਼ਿਕਾਇਤ ਸੁਣ ਕੇ ਗੁਰੂ ਜੀ ਤੋਂ ਡਰਦਾ ਚੁੱਪ ਕਰ ਰਹਿੰਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਡਰਦਾ ਚੁੱਪ ਕਰ ਰਹਿੰਦਾ, ਉਹਦਾ ਕੁਝ ਵਸ ਨਹੀਂ ਸੀ ਚੱਲਦਾ। ਅੱਗੇ ਪ੍ਰਸੰਗ ਸ਼ੁਰੂ ਹੁੰਦਾ। ਭੀਮ ਚੰਦ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਸ ਆਪਣਾ ਵਜ਼ੀਰ ਭੇਜਣਾ ਆਨੰਦਪੁਰ ਸਾਹਿਬ। ਇੱਕ ਦਿਨ ਭੀਮ ਚੰਦ ਨੇ ਆਪਣੇ ਵਜ਼ੀਰ ਨੂੰ ਸੱਦ ਕੇ ਪੁੱਛਿਆ ਕਿ ਹੁਣ ਕਿਹੜੀ ਵਿਉਂਤ ਕਰੀਏ। ਗੁਰੂ ਜੀ ਨਾਲ ਲੜਾਈ ਕਰਨੀ ਵੀ ਚੰਗੀ ਨਹੀਂ, ਪਰ ਚੁੱਪ ਵੀ ਕਿੱਥੋਂ ਤੱਕ ਕਰੀਏ। ਪਰਜਾ ਦੀਆਂ ਰੋਜ਼ ਫਰਿਆਦਾਂ ਆਉਂਦੀਆਂ ਹਨ। ਗੁਰੂ ਜੀ ਦੇ ਆਦਮੀ ਸਾਡੀਆਂ ਚੀਜ਼ਾਂ ਖੋਹ ਕੇ ਲੈ ਜਾਂਦੇ ਹਨ। ਵਜ਼ੀਰ ਨੇ ਸੁਣ ਕੇ ਉੱਤਰ ਦਿੱਤਾ ਕਿ ਗੁਰੂ ਜੀ ਪੀਰਾਂ ਦੇ ਪੀਰ ਹਨ। ਗੁਰੂ ਜੀ ਪੀਰਾਂ ਦੇ ਪੀਰ ਹਨ, ਇਸ ਕਰਕੇ ਉਹਨਾਂ ਨਾਲ ਮੇਲ ਮਿਲਾਪ ਹੀ ਚੰਗਾ ਹੈ।
ਉਹਨਾਂ ਦੇ ਪਾਸ ਚਲੋ ਅਤੇ ਇਹ ਨਿਤ ਦੀ ਚਿੰਤਾ ਦੂਰ ਕਰੋ। ਝਗੜੇ ਵਿੱਚ ਸੁੱਖ ਨਹੀਂ ਹੈ। ਇਸ ਨਾਲ ਕੋਈ ਛੋਟਾ ਵੱਡਾ ਦੁਖੀ ਹੁੰਦਾ ਹੈ। ਪਿਆਰ ਦੇ ਪਾਣੀ ਨਾਲ ਹਰ ਕੋਈ ਵੱਧਦਾ ਫੁੱਲਦਾ ਹੈ। ਪਰਜਾ ਅਤੇ ਆਪਣੇ ਭਲੇ ਨੂੰ ਵਿਚਾਰ ਕੇ ਗੁਰੂ ਜੀ ਨਾਲ ਮੇਲ ਕਰ ਲਵੋ। ਵਜ਼ੀਰ ਕਹਿੰਦਾ, ਛੱਡ ਦੋ ਹਉਮੈ ਹੰਕਾਰ, ਆਪਣਾ ਵੱਡਾਪਨ ਵੀ ਮੈਂ ਰਾਜਿਆਂ ਦਾ ਰਾਜਾ ਹਾਂ। ਆਪਣਾ ਵੱਡਾਪਨ ਛੱਡ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸ਼ਰਨ ਦੇ ਵਿੱਚ ਆ ਜਾਓ। ਆਖੋ ਸਤਿਨਾਮ। ਵਜ਼ੀਰ ਦੀ ਇਹ ਸਲਾਹ ਸੁਣ ਕੇ ਜਦ ਦੂਜੇ ਸਲਾਹਕਾਰਾਂ ਨੇ ਵੀ ਇਸ ਨੂੰ ਪਸੰਦ ਕੀਤਾ, ਜਿਹੜੇ ਦੂਸਰੇ ਸਲਾਹਕਾਰ ਸੀ, ਉਹ ਕਹਿੰਦੇ ਵੀ ਗੱਲ ਠੀਕ ਆ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਮੇਲ ਕਰ ਲਓ। ਉਹ ਬੜੇ ਯੋਧੇ ਨੇ ਤੇ ਬੜੇ ਸੂਰਮੇ ਨੇ, ਉਹਨਾਂ ਦਾ ਬਰਾਬਰੀ ਆਪਾਂ ਨਹੀਂ ਕਰ ਸਕਦੇ। ਉਸ ਸਮੇਂ ਰਾਜੇ ਮਹਾਰਾਜੇ ਭਾਵੇਂ ਆਪਣੇ ਆਪ ਨੂੰ ਵੱਡੇ ਸਮਝਦੇ ਸੀ, ਪਰ ਗੁਰਮੁਖ ਪਿਆਰੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਤਾਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਸਾਰੀਆਂ ਸ਼ਕਤੀਆਂ ਦੇ ਕੇ, ਰੱਬੀ ਪਾਵਰਾਂ, ਰੱਬੀਆਂ ਸ਼ਕਤੀਆਂ ਆਪਣਾ ਪੁੱਤਰ ਬਣਾ ਕੇ ਸੰਸਾਰ ਦੇ ਉੱਤੇ ਭੇਜਿਆ ਸੀ। ਉਹਨਾਂ ਦੇ ਨਾਲ ਆਪਾਂ ਮੇਲ ਮਿਲਾਪ ਕਰ ਲਈਏ, ਇਹ ਠੀਕ ਆ। ਤਾਂ ਗੁਰਮੁਖ ਪਿਆਰਿਓ ਕਹਿਣ ਲੱਗੇ, ਇਸ ਗੱਲ ਨੂੰ ਸਾਰਿਆਂ ਨੇ ਪਸੰਦ ਕੀਤਾ। ਤਾਂ ਭੀਮ ਚੰਦ ਨੇ ਆਪਣੇ ਇੱਕ ਦੂਤ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪਾਸ ਬਹੁਤ ਪ੍ਰਕਾਰ ਦੀਆਂ ਭੇਟਾਂ ਦੇ ਕੇ ਭੇਜਿਆ। ਇੱਕ ਪਾਸੇ ਤਾਂ ਰਾਜਾ ਫਤਿਹ ਸ਼ਾਹ ਜਿਹੜਾ ਸ਼ਰਧਾਲੂ ਸੀ, ਉਹਦੀ ਲੜਕੀ ਦੀ ਸ਼ਾਦੀ ਭੀਮ ਚੰਦ ਦੇ ਲੜਕੇ ਨਾਲ ਹੋ ਰਹੀ ਸੀ। 1.25 ਲੱਖ ਦਾ ਸਮਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਭੇਜਿਆ। ਭੀਮ ਚੰਦ ਨੇ ਦੇਖ ਲਓ ਮੋੜਿਆ ਸੀ ਨਾ। ਰਾਜਾ ਫਤਿਹ ਸ਼ਾਹ ਨੂੰ ਕਹਿੰਦਾ, ਤੇਰੀ ਲੜਕੀ ਦਾ ਡੋਲਾ ਤਾਂ ਲੈ ਕੇ ਜਾਵਾਂਗਾ ਜੇ ਤੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਆਇਆ ਸਮਾਨ ਮੋੜੇਗਾ। ਪਰ ਜਦੋਂ ਜੰਗ ਕੀਤੀ, ਜਦੋਂ ਪਤਾ ਲੱਗਿਆ, ਮੂੰਹ ਦੀ ਖਾਣੀ ਪਈ। ਹੁਣ ਇਹਨੂੰ ਸੋਝੀ ਆ ਗਈ ਵੀ ਹਾਂ, ਇਹ ਬੜੇ ਮਹਾਬਲੀ ਨੇ ਤੇ ਬੜੇ ਯੋਧੇ ਨੇ ਤੇ ਅੰਤਰਜਾਮੀ ਵੀ ਨੇ। ਭੀਮ ਚੰਦ ਨੇ ਇੱਕ ਆਪਣਾ ਸੇਵਕ ਗੁਰੂ ਜੀ ਪਾਸ ਬਹੁਤ ਪ੍ਰਕਾਰ ਦੀਆਂ ਭੇਟਾਂ ਲੈ ਕੇ ਅਨੰਦਪੁਰ ਸਾਹਿਬ ਭੇਜਿਆ। ਵਜ਼ੀਰ ਨੇ ਰਾਜੇ ਵੱਲੋਂ ਬੇਨਤੀ ਕੀਤੀ ਕਿ ਆਪ ਜੀ ਦਾ ਦਲ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਤੰਗ ਕਰਦਾ ਹੈ, ਕਿਰਪਾ ਕਰਕੇ ਪਿਛਲੀ ਭੁੱਲ ਦੀ ਮਾਫੀ ਦਿਓ ਅਤੇ ਅੱਗੇ ਤੋਂ ਸੁਲ੍ਹਾ ਸਫਾਈ ਦੀ ਨੀਤੀ ਅਨੁਸਾਰ ਚੱਲੋ। ਸਤਿਗੁਰੂ ਜੀ ਨੇ ਕਿਹਾ, ਹੇ ਵਜ਼ੀਰ, ਤੇਰੇ ਰਾਜੇ ਦਾ ਦਿਲ ਸਾਫ਼ ਨਹੀਂ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਜ਼ੀਰ ਨੂੰ ਕਹਿਣ ਲੱਗੇ, ਹੇ ਵਜ਼ੀਰ, ਤੇਰੇ ਰਾਜੇ ਦਾ ਦਿਲ ਭੀਮ ਚੰਦ ਦਾ ਸਾਫ਼ ਨਹੀਂ ਹੈ। ਇਸ ਨੇ ਪਹਿਲਾਂ ਸਾਤੋਂ ਸੱਲ ਨਾਲ ਹਾਥੀ ਲੈਣਾ ਚਾਹਿਆ, ਧੋਖੇ ਨਾਲ ਹਾਥੀ ਲੈਣਾ ਚਾਹਿਆ। ਫਿਰ ਪਾਉਂਟਾ ਸਾਹਿਬ ਵੀ ਇਸ ਨੇ ਮਨ ਦੇ ਵਿੱਚ ਖੁਟਿਆਈ ਕਰਕੇ ਸਾਡੇ ਦੀਵਾਨ ਨੂੰ ਰਾਜਾ ਫਤਿਹ ਸ਼ਾਹ ਪਾਸ ਤੰਬੋਲ ਲੈ ਕੇ ਗਿਆ ਨੂੰ ਮਾਰਨਾ ਤੇ ਲੁੱਟਣਾ ਚਾਹਿਆ। ਫਿਰ ਫਤਿਹ ਸ਼ਾਹ ਨੂੰ ਚੁੱਕ ਕੇ ਸਾਡੇ ਨਾਲ ਜੰਗ ਕਰਾ ਦਿੱਤਾ। ਸਾਡੀ ਅਕਾਲ ਪੁਰਖ ਨੇ ਰੱਖਿਆ ਕੀਤੀ, ਇਹ ਗੱਲ ਸਭ ਨੂੰ ਪ੍ਰਗਟ ਹੈ।
ਕਹਿੰਦੇ ਇਹ ਗੱਲ ਸਭ ਨੂੰ ਪਤਾ ਵੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਰੱਖਿਆ ਕੀਤੀ ਹੈ। ਇਹ ਪ੍ਰਗਟ ਹੈ, ਕੋਈ ਛੁਪੀ ਹੋਈ ਗੱਲ ਨਹੀਂ ਹੈ। ਇੱਥੇ ਅਸੀਂ ਨਗਰ ਨੂੰ ਆਣ ਕੇ ਮੁੜ ਵਸਾਇਆ ਹੈ। ਇੱਥੇ ਅਸੀਂ ਆਨੰਦਪੁਰ ਨਗਰ ਨੂੰ ਆਣ ਕੇ ਮੁੜ ਵਸਾਇਆ ਹੈ। ਸ਼ਿਕਾਰ ਖੇਡਣ ਵਾਸਤੇ ਜਾਂਦੇ ਹਾਂ, ਘੋੜਿਆਂ ਵਾਸਤੇ ਘਾਹ ਜਾਂ ਯੋਧਿਆਂ ਦੇ ਛਕਣ ਵਾਸਤੇ ਅੰਨ ਦਾਣਾ ਲੰਗਰ ਪਾਣੀ, ਬਿਨਾਂ ਹੋਰ ਅਸੀਂ ਕਿਸੇ ਦਾ ਕੁਝ ਵਿਗਾੜਦੇ ਨਹੀਂ। ਫਿਰ ਰਾਜੇ ਨੂੰ ਕਿਸ ਗੱਲ ਦਾ ਦੁੱਖ ਹੈ? ਉਸ ਨੂੰ ਕਹੋ ਆਰਾਮ ਨਾਲ ਬੈਠ ਕੇ ਆਪਣੇ ਦੇਸ਼ ਦਾ ਰਾਜ ਕਰੇ। ਸਾਨੂੰ ਉਸ ਨਾਲ ਕੋਈ ਦਵੈਤ ਨਹੀਂ ਹੈ, ਸਾਨੂੰ ਕੋਈ ਉਹਦੇ ਨਾਲ ਈਰਖਾ ਨਹੀਂ। ਸਾਨੂੰ ਕੀ ਹੈ? ਮਹਾਰਾਜ ਜੀ ਕਹਿੰਦੇ ਸਹੀ ਢੰਗ ਦੇ ਨਾਲ ਜੇ ਰਾਜਾ ਹੈ ਤਾਂ ਸਹੀ ਢੰਗ ਦੇ ਨਾਲ ਰਾਜ ਕਰੇ। ਫਿਰ ਵਜ਼ੀਰ ਨੇ ਬੇਨਤੀ ਕੀਤੀ ਕਿ ਰਾਜਾ ਤੁਹਾਨੂੰ ਮਿਲਣਾ ਚਾਹੁੰਦਾ ਹੈ। ਭੀਮ ਚੰਦ ਤੁਹਾਨੂੰ ਮਿਲਣਾ ਚਾਹੁੰਦਾ ਹੈ। ਆਪ ਕਿਰਪਾ ਕਰਕੇ ਰਾਜੇ ਨੂੰ ਮਿਲਣ ਦੀ ਆਗਿਆ ਦਿਓ। ਤੁਸੀਂ ਸਭ ਤਰ੍ਹਾਂ ਸਮਰੱਥ ਹੋ। ਸਤਿਗੁਰੂ ਜੀ ਨੇ ਖੁਸ਼ ਹੋ ਕੇ ਕਿਹਾ, ਅੱਛਾ ਆਪਣੇ ਰਾਜੇ ਨੂੰ ਲੈ ਆਵੋ। ਲਿਆਓ। ਕਹਿੰਦੇ ਭੀਮ ਚੰਦ ਨੂੰ ਜੇ ਮਿਲਣਾ ਚਾਹੁੰਦਾ ਨਾ, ਜੇ ਉਹ ਮਨ ਦੇ ਵਿੱਚ ਸਰਧਾ ਰੱਖਦਾ, ਭਾਵਨਾ ਰੱਖਦਾ, ਪਿਆਰ ਰੱਖਦਾ, ਵੈਰਾਗ ਰੱਖਦਾ, ਲਿਆਓ। ਕਹਿੰਦੇ ਕੋਈ ਨਹੀਂ, ਫਿਰ ਰਾਜੇ ਨੂੰ ਆਣ ਦਿਓ। ਮਹਾਰਾਜ ਜੀ ਨੇ ਇਹ ਨਹੀਂ ਕਿਹਾ ਵੀ ਸਾਡੇ ਨਾਲ ਇਹਨਾਂ ਨੇ ਜੰਗ ਕਰਾ ਦਿੱਤਾ, ਸਾਡਾ ਇਹਨਾਂ ਨੇ ਫਤਿਹ ਸ਼ਾਹ ਦੀ ਲੜਕੀ ਨੂੰ ਜਿਹੜਾ ਸਮਾਨ ਦੇਣਾ ਸੀ ਤੰਬੋਲ 1.25 ਲੱਖ ਦਾ, ਉਹ ਇਹਨਾਂ ਨੇ ਮੋੜ ਦਿੱਤਾ। ਇਹ ਨਹੀਂ ਮਨ ਵਿੱਚ ਸੋਚਿਆ। ਮਹਾਰਾਜ ਜੀ ਕਹਿੰਦੇ ਕੋਈ ਨਹੀਂ, ਜੇ ਰਾਜਾ ਨੀਵਾਂ ਹੋ ਕੇ ਆਉਂਦਾ ਹੈ ਗੁਰੂ ਘਰ, ਨਿਮਾਣਾ ਹੋ ਕੇ ਆਵੇਗਾ ਗੁਰੂ ਘਰ ਤੋਂ ਉਸ ਨੂੰ ਸਭ ਤਰ੍ਹਾਂ ਦੇ ਸੁੱਖ ਪ੍ਰਾਪਤ ਹੋਣਗੇ। ਨਹੀਂ ਤਾਂ ਫਿਰ ਉਹ ਆਪਣੀ ਭਾਵਨਾ ਦਾ ਫਲ ਪਾਵੇਗਾ। ਇਹ ਗੁਰੂ ਘਰ ਇੱਕ ਐਸਾ ਦਰ ਹੈ ਜਿਹੜਾ ਇੱਥੇ ਨਿਮਰਤਾ ਦੇ ਨਾਲ, ਸਰਧਾ ਦੇ ਨਾਲ, ਭਾਵਨਾ ਦੇ ਨਾਲ ਚੱਲ ਕੇ ਗੁਰੂ ਦੇ ਕੋਲ ਆਉਂਦਾ ਨਾ, ਤਾਂ ਇੱਥੇ ਗੁਰਮੁਖ ਪਿਆਰਿਓ ਮਨ ਭਾਉਂਦੇ ਫਲ ਪ੍ਰਾਪਤ ਕਰ ਲੈਂਦਾ। ਆਖੋ ਸਤਿਨਾਮ। ਸਰਧਾ ਨਾਲ ਜੋ ਮਨ ਦੀ ਇੱਛਾ ਹੈ, ਭਾਵਨਾ ਹੈ, ਉਹ ਪੂਰੀ ਹੋ ਜਾਂਦੀ ਹੈ। ਹਿਰਦਾ ਸਾਫ਼ ਹੋਣਾ ਚਾਹੀਦਾ, ਮਨ ਸ਼ੁੱਧ ਹੋਣਾ ਚਾਹੀਦਾ, ਸਾਫ਼ ਹੋਣਾ ਚਾਹੀਦਾ। ਫਿਰ ਜਦੋਂ ਮਨ ਦੀ ਇੱਛਾ ਹੋਗੀ, ਭਾਵਨਾ ਹੋਗੀ, ਉਹ ਗੁਰਮੁਖ ਪਿਆਰਿਓ ਬਹੁਤ ਜਲਦੀ ਛੇਤੀ ਪੂਰੀ ਹੋ ਜਾਂਦੀ ਆ। ਮਹਾਰਾਜ ਜੀ ਕਹਿੰਦੇ ਸੁੱਧ ਹਿਰਦੇ ਨਾਲ ਆਉਂਦਾ, ਨਿਮਾਣਾ ਹੋ ਕੇ ਆਵੇਗਾ ਤਾਂ ਗੁਰੂ ਘਰ ਤੋਂ ਉਸ ਨੂੰ ਸਭ ਤਰ੍ਹਾਂ ਦੇ ਸੁੱਖ ਪ੍ਰਾਪਤ ਹੋਣਗੇ। ਨਹੀਂ ਤਾਂ ਫਿਰ ਉਹ ਆਪਣੀ ਭਾਵਨਾ ਦਾ ਫਲ ਪਾਵੇਗਾ। ਜੇ ਕਹਿੰਦੇ ਹੋਰ ਤਰ੍ਹਾਂ ਦੀ ਭਾਵਨਾ, ਸਰਧਾ ਭਾਵਨਾ ਨਾਲ ਆਵੇਗਾ ਤੇ ਸਭ ਕੁਝ ਪਾ ਲਏਗਾ। ਮਹਾਰਾਜ ਜੀ ਕਹਿੰਦੇ ਜੇ ਫਿਰ ਭੀਮ ਚੰਦ ਚੜ ਕੇ ਆਏਗਾ, ਮਹਾਰਾਜ ਜੀ ਕਹਿੰਦੇ ਆਏਗਾ ਤੁਰ ਕੇ ਪੈਰਾਂ ਦੇ ਨਾਲ, ਤੇ 4 ਭਾਈ ਫਿਰ ਚੱਕ ਕੇ ਲੈ ਕੇ ਜਾਣਗੇ। ਆਖੋ ਸਤਿਨਾਮ। ਇਹ ਵੀ ਕਹਿ ਦਿਓ ਕਹਿੰਦੇ ਰਾਜੇ ਨੂੰ, ਕੋਈ ਮਨ 'ਚ ਭਰਮ ਨਾ ਰੱਖੇ, ਕੋਈ ਵਹਿਮ ਨਾ ਰੱਖੇ। ਆਏਗਾ ਤੁਰ ਕੇ ਤੇ ਫਿਰ 4 ਭਾਈ ਚੱਕ ਕੇ ਲੈ ਕੇ ਜਾਣਗੇ। ਕਹਿੰਦੇ ਫਿਰ ਐਸਾ ਵੀ ਹਾਲ ਅਸੀਂ ਕਰ ਦਿੰਦੇ ਹਾਂ। ਗੁਰੂ ਘਰ ਨਿਮਰਤਾ ਦਾ ਪ੍ਰਤੀਕ, ਸਰਧਾ ਦਾ। ਮਹਾਰਾਜ ਜੀ 10ਵੇਂ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਗੁਰਬਾਣੀ ਦੇ ਵਿੱਚ ਦੱਸਦੇ ਨੇ, ਕਹਿੰਦੇ ਜਿਨ ਪ੍ਰੇਮ ਕੀਓ ਤਨਹੀ ਪ੍ਰਭ ਪਾਇਓ। ਜਿਨ੍ਹਾਂ ਨੇ ਵਾਹਿਗੁਰੂ ਦੇ ਨਾਲ ਪ੍ਰੇਮ ਕੀਤਾ, ਉਹਨਾਂ ਨੇ
ਵਾਹਿਗੁਰੂ ਪਰਮੇਸ਼ਰ ਨੂੰ ਪਾ ਲਿਆ ਹੈ। ਆਖੋ ਸਤਨਾਮ। ਰਾਜਾ ਭੀਮ ਚੰਦ ਨੇ ਮਿਲਣ ਆਉਣਾ ਅਨੰਦਪੁਰ ਸਾਹਿਬ। ਜਦ ਵਜ਼ੀਰ ਨੇ ਵਾਪਸ ਜਾ ਕੇ ਰਾਜਾ ਭੀਮ ਚੰਦ ਨੂੰ ਸਤਿਗੁਰੂ ਜੀ ਦੇ ਨਾਲ ਹੋਈ ਸਾਰੀ ਗੱਲਬਾਤ ਸਮਝਾਈ ਤੇ ਆਖਿਆ ਕਿ ਗੁਰੂ ਜੀ ਬੜੇ ਕਿਰਪਾਲੂ ਹਨ, ਬੜੇ ਦਿਆਲੂ ਹਨ। ਉਹਨਾਂ ਨੇ ਆਖਿਆ ਹੈ ਕਿ ਰਾਜਾ ਦਿਲੋਂ ਸਾਫ਼ ਹੋ ਕੇ ਸਾਨੂੰ ਮਿਲਣਾ ਚਾਹੇ ਤਾਂ ਅਸੀਂ ਹਰ ਸਮੇਂ ਉਸ ਨੂੰ ਮਿਲਣ ਨੂੰ ਤਿਆਰ ਹਾਂ, ਪਰ ਦਿਲ ਸਾਫ਼ ਕਰਕੇ ਆਵੇ। ਮਹਾਰਾਜ ਜੀ ਕਹਿੰਦੇ ਮਨ 'ਚ ਮੈਲ ਲੈ ਕੇ ਨਾ ਆਵੇ, ਈਰਖਾ ਦਵੈਸ ਲੈ ਕੇ ਨਾ ਆਵੇ, ਸੁੱਧ ਹਿਰਦੇ ਦੇ ਨਾਲ ਆਵੇ ਤਾਂ ਅਸੀਂ ਮਿਲਣਾ ਚਾਹਾਂਗੇ। ਵਜ਼ੀਰ ਦੇ ਪਾਸੋਂ ਇਹ ਗੱਲ ਸੁਣ ਕੇ ਰਾਜਾ ਭੀਮ ਚੰਦ ਬੜਾ ਖੁਸ਼ ਹੋਇਆ ਅਤੇ ਸੈਨਾ ਸਹਿਤ ਬੜੇ ਸਜ ਧਜ ਨਾਲ ਅਨੰਦਪੁਰ ਸਾਹਿਬ ਆ ਗਿਆ। ਜਦੋਂ ਸਤਿਗੁਰੂ ਜੀ ਨੂੰ ਰਾਜੇ ਦੇ ਆਉਣ ਦੀ ਖਬਰ ਹੋਈ ਤਾਂ ਆਪ ਜੀਆਂ ਨੇ ਉਸ ਦਾ ਬਾਹਰ ਚੰਗੀ ਥਾਂ ਦੇ ਉੱਤੇ ਡੇਰਾ ਕਰਵਾ ਦਿੱਤਾ। ਚੰਗੀ ਥਾਂ ਦੇ ਉੱਤੇ ਕਨਾਤਾਂ ਲਵਾ ਕੇ ਡੇਰਾ ਕਰਵਾ ਦਿੱਤਾ। ਤਾਂ ਗੁਰਮੁਖ ਪਿਆਰਿਓ, ਜਦੋਂ ਡੇਰਾ ਕਰਵਾ ਦਿੱਤਾ ਸਤਿਗੁਰੂ ਜੀ ਨੇ ਤਾਂ ਲੋੜੀਂਦੀ ਰਸਤ ਸਮਾਨ, ਜੋ ਰਸਤ ਦਾਣਾ ਪਾਣੀ ਔਰ ਲੰਗਰ ਪਾਣੀ ਦਾ ਪ੍ਰਬੰਧ ਸਾਰਾ ਮਹਾਰਾਜ ਜੀ ਨੇ ਸਮਾਨ ਪਹੁੰਚਾ ਦਿੱਤਾ। ਪਿਛਲੇ ਪਹਿਰ ਆਪਣੇ ਸੂਰਮਿਆਂ ਦੀ ਸਜ ਧਜ ਨਾਲ ਦੀਵਾਨ ਸਜਾ ਕੇ ਗੁਰੂ ਜੀ ਨੇ ਰਾਜੇ ਨੂੰ ਸੱਦਾ ਭੇਜਿਆ ਕਿ ਭੀਮ ਚੰਦ ਆਪਣੇ ਯੋਧਿਆਂ ਨਾਲ ਤੇ ਮੰਤਰੀਆਂ ਨਾਲ ਲੈ ਕੇ ਦੀਵਾਨ ਵਿੱਚ ਆਇਆ। ਉਸਨੇ ਬੜੇ ਸਤਿਕਾਰ ਦੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਮੱਥਾ ਟੇਕਿਆ ਅਤੇ ਗੁਰਮੁਖ ਪਿਆਰੇ ਮੱਥਾ ਟੇਕਿਆ, ਲਿਆਂਦੀ ਹੋਈ ਭੇਟਾ ਗੁਰੂ ਜੀ ਅੱਗੇ ਰੱਖ ਕੇ ਗੁਰੂ ਜੀ ਨੇ ਆਪਣੀ ਪ੍ਰਸੰਨਤਾ ਪ੍ਰਗਟ ਕੀਤੀ। ਆਪਣੀ ਪ੍ਰਸੰਨਤਾ ਪ੍ਰਗਟ ਕਰਦੇ ਹੋਏ ਰਾਜੇ ਨੂੰ ਸੁਖ ਸਾਧ ਪੁੱਛੀ। ਮਹਾਰਾਜ ਜੀ ਨੇ ਕਹਿੰਦੇ ਜਿਸ ਪਰ ਰਾਜੇ ਨੇ ਹੱਥ ਜੋੜ ਕੇ ਗੁਰੂ ਜੀ ਅੱਗੇ ਆਪਣੀ ਪਿਛਲੀ ਗਲਤੀ ਦੀ ਮਾਫੀ ਮੰਗੀ, ਪਿਛਲੀ ਗਲਤੀ ਦੀ ਮਾਫੀ ਮੰਗੀ ਅਤੇ ਅੱਗੋਂ ਤੋਂ ਆਗਿਆ ਅਨੁਸਾਰ ਰਹਿਣ ਦਾ ਪਰਨ ਕੀਤਾ। ਕਹਿੰਦੇ ਮਹਾਰਾਜ ਜੀ, ਮੇਰੇ ਤੋਂ ਪਿਛਲੀ ਬਹੁਤ ਵੱਡੀ ਗਲਤੀ ਹੋ ਗਈ ਆ, ਮੇਰੇ ਤੋਂ ਬਹੁਤ ਵੱਡੀ ਭੁੱਲ ਹੋ ਗਈ ਹੈ, ਮੈਂ ਅਣਜਾਣਪਣੇ ਵਿੱਚ ਗਲਤੀ ਕਰ ਬੈਠਿਆ, ਮੈਨੂੰ ਖਿਮਾ ਕਰ ਦਿਓ। ਅੱਗੇ ਵਾਸਤੇ ਮੈਂ ਆਪ ਜੀ ਦੇ ਹੁਕਮ ਅਨੁਸਾਰ ਚੱਲਾਂਗਾ। ਇਸ ਤਰ੍ਹਾਂ ਕੁਛ ਹੋ ਬੀਤੀਆਂ ਤੇ ਕੁਛ ਅੱਗੇ ਸੰਭਵ ਹੋਣ ਵਾਲੀਆਂ ਗੱਲਾਂ ਦਾ ਵਿਚਾਰ ਵਟਾਂਦਰਾ ਕਰਕੇ ਰਾਜੇ ਨੇ ਕਿਹਾ ਕਿ ਇਹ ਕਹਿਲੂਰ ਦਾ ਰਾਜ ਤੁਸੀਂ ਆਪਣੀ ਹੀ ਸਮਝ ਕੇ ਇਹਦੀ ਰੱਖਿਆ ਕਰੋ। ਇਹ ਜਿਹੜਾ ਮੇਰਾ ਰਾਜ ਹੈ, ਇਹ ਸਮਝ ਲਓ ਇਹ ਤੁਹਾਡਾ ਹੀ ਹੈ, ਇਸ ਨੂੰ ਆਪਣਾ ਸਮਝ ਕੇ ਰੱਖਿਆ ਕਰੋ। ਮੈਂ ਸਦਾ ਆਪ ਜੀ ਦਾ ਆਗਿਆਕਾਰੀ ਹਾਂ। ਉਪਰੰਤ ਰਾਜੇ ਨੇ ਆਗਿਆ ਮੰਗੀ। ਗੁਰੂ ਜੀ ਨੇ ਰਾਜੇ ਨੂੰ ਇੱਕ ਬਹੁਤ ਮੁੱਲ ਦਾ ਸਿਰਪਾਓ ਦੇ ਕੇ ਵਿਦਾਇਗੀ ਦਿੱਤੀ। ਆਪਣੇ ਸਿੱਖਾਂ ਨੂੰ ਗੁਰੂ ਜੀ ਨੇ ਹੁਕਮ ਦਿੱਤਾ ਕਿ ਅੱਗੇ ਤੋਂ ਪਰਜਾ ਪਾਸੋਂ ਕੋਈ ਚੀਜ਼ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਨਾ ਲਈ ਜਾਵੇ। ਹੁਕਮ ਤੇ ਮੇਲ ਮਿਲਾਪ ਦੀ ਖਬਰ ਸਾਰੇ ਰਾਜ ਵਿੱਚ ਛੇਤੀ ਹੀ ਫੈਲ ਗਈ।
ਜਿਸ ਨੂੰ ਸੁਣ ਕੇ ਰਾਜੇ ਦੀ ਪ੍ਰਜਾ ਬੜੀ ਖੁਸ਼ ਹੋਈ। ਰਾਜੇ ਦੀ ਪ੍ਰਜਾ ਭੀਮ ਚੰਦ ਦੀ ਇਹ ਸੁਣ ਕੇ ਗੁਰੂ ਜੀ ਦੇ ਨਾਲ ਮੇਲ ਮਿਲਾਪ ਤੇ ਬੜੀ ਖੁਸ਼ ਹੋਈ। ਇਸ ਉਪਰੰਤ ਭੀਮ ਚੰਦ ਸਤਿਗੁਰੂ ਜੀ ਨੂੰ ਬੜੇ ਪ੍ਰੇਮ ਨਾਲ ਕਈ ਵਾਰ ਚੰਗੀਆਂ ਚੀਜ਼ਾਂ ਦੇ ਤੋਹਫੇ ਭੇਜ ਕੇ ਉਹਨਾਂ ਦੀ ਪ੍ਰਸੰਨਤਾ ਲੈਂਦਾ ਰਿਹਾ। ਚੰਗੀਆਂ ਚੰਗੀਆਂ ਚੀਜ਼ਾਂ ਭੇਜ ਕੇ ਗੁਰੂ ਜੀ ਨੂੰ ਤੇ ਗੁਰੂ ਜੀ ਦੀਆਂ ਖੁਸ਼ੀਆਂ ਲੈਂਦਾ ਰਿਹਾ। ਤਾਂ ਗੁਰਮੁਖ ਪਿਆਰਿਓ, ਗੁਰੂ ਨੂੰ ਖੁਸ਼ ਕਰ ਲਈਏ ਤੇ ਸਭ ਕੁਛ ਹੈ। ਮਹਾਰਾਜ ਜੀ ਕਹਿੰਦੇ ਸਤਿਗੁਰੂ ਹੋਏ ਦਿਆਲ ਤਾਂ ਸਰਦਾ ਪੂਰੀ ਹੈ। ਜੇ ਸਤਿਗੁਰੂ ਦਿਆਲ ਹੋ ਗਿਆ ਨਾ, ਖੁਸ਼ ਹੋ ਗਿਆ, ਤਾਂ ਤੁਹਾਡੀ ਸਰਦਾ ਭਾਵਨਾ ਪੂਰੀ ਹੋ ਜਾਣੀ। ਆਖੋ ਸਤਿਨਾਮ। ਕੀਮਤੀ ਕੀਮਤੀ ਵਸਤੂਆਂ ਲੈ ਕੇ ਭੀਮ ਚੰਦ ਆਨੰਦਪੁਰ ਆਇਆ ਕਰਦਾ ਸੀ, ਜਿਹੜੀਆਂ ਸੋਹਣੀਆਂ ਚੀਜ਼ਾਂ ਹੁੰਦੀਆਂ ਸੀ। ਜਿਵੇਂ ਹੁਣ ਆਪਾਂ ਗਮਲੇ ਲੈ ਕੇ ਆਉਂਦੇ ਨੇ, ਕੱਲ ਆ ਤੁਸੀਂ ਦੇਖ ਰਹੇ ਹੋ ਲੱਗੇ ਹੋਏ ਨੇ ਸੰਗਤਾਂ ਵੱਲੋਂ। ਜਿਵੇਂ ਸਰਦਾਰ ਦਵਿੰਦਰ ਸਿੰਘ ਜੀ ਖੂਹ ਵਾਲੇ, ਇਹਨਾਂ ਵੱਲੋਂ ਕੱਲ 4200 ਰੁਪਈਆ ਦਿੱਤਾ ਗਿਆ ਤੇ ਸੰਗਤਾਂ ਵੱਲੋਂ ਇੱਕ ਜੋੜੀ ਸੰਗਤਾਂ ਵੱਲੋਂ ਆ ਗਈ ਆ। ਇੱਕ ਆਪਣਾ ਜੋ ਮਾਤਾ ਜੀ ਆਪਣੇ ਰਵਾਲਾ ਸਾਹਿਬ ਦੇ ਪੈਸੇ, ਪਰਿਵਾਰ ਦਾ ਨਾਮ ਮੈਨੂੰ ਪਤਾ ਨਹੀਂ, ਉਹਨਾਂ ਵੱਲੋਂ ਦਿੱਤੇ ਗਏ ਸੀ। ਇਸ ਤਰ੍ਹਾਂ ਕੀਮਤੀ ਕੀਮਤੀ ਵਸਤੂਆਂ ਸਤਿਗੁਰੂ ਦੇ ਮੂਹਰੇ ਜਦੋਂ ਸੋਹਣੀਆਂ ਲੱਗਦੀਆਂ ਨੇ, ਫਿਰ ਹੁਣ ਸਤਿਗੁਰੂ ਆਪਣਾ ਇੰਨਾ ਕੀਮਤੀ ਲਿਆ ਕੇ ਆਪਾਂ ਐਡੀ ਕੁ ਚੀਜ਼ ਜੀ ਮੂਹਰੇ ਰੱਖ ਦਈਏ, ਵਧੀਆ ਨਹੀਂ ਲੱਗਦੀ, ਸ਼ੋਭਾ ਨਹੀਂ ਦਿੰਦੀ। ਤਾਂ ਗੁਰਮੁਖ ਪਿਆਰਿਓ, ਕੀਮਤੀ ਕੀਮਤੀ ਵਸਤੂਆਂ ਲੈ ਕੇ ਸਤਿਗੁਰੂ ਜੀ ਆਨੰਦਪੁਰ ਸਾਹਿਬ ਰਾਜਾ ਭੀਮ ਚੰਦ ਆਇਆ ਕਰੇ। ਸੋਹਣੀਆਂ ਚੀਜ਼ਾਂ ਗੁਰੂ ਦੇ ਕੋਲ ਸਿੱਖ ਚਾਹੁੰਦੇ ਹੁੰਦੇ ਸੀ ਵੀ ਜਿਹੜੀ ਸਭ ਤੋਂ ਸੋਹਣੀ ਚੀਜ਼ ਹੈ, ਸਭ ਤੋਂ ਵਧੀਆ, ਉਹ ਮੇਰੇ ਗੁਰੂ ਦੇ ਕੋਲ ਹੋਵੇ। ਗੁਰੂ ਦੇ ਕੋਲ ਜਦੋਂ ਹੁੰਦੀ ਹੈ ਚੀਜ਼, ਫਿਰ ਸੋਹਣੀ ਲੱਗਦੀ ਆ। ਤਾਂ ਗੁਰਮੁਖ ਪਿਆਰਿਓ, ਫਿਰ ਸਤਿਗੁਰੂ ਦੀ ਖੁਸ਼ੀਆਂ ਪ੍ਰਾਪਤ ਹੁੰਦੀਆਂ ਨੇ, ਰਹਿਮਤਾਂ ਹੁੰਦੀਆਂ ਨੇ, ਮਿਹਰਾਂ ਹੁੰਦੀਆਂ ਨੇ। ਬੜੇ ਚਾਵਾਂ ਦੇ ਨਾਲ ਕੀਮਤੀ ਕੀਮਤੀ ਵਸਤੂਆਂ ਲੈ ਕੇ ਸੰਗਤਾਂ ਆਨੰਦਪੁਰ ਸਾਹਿਬ ਪਹੁੰਚਿਆ ਕਰਦੀਆਂ ਸੀ। ਫਿਰ ਇਹ ਦੇਖ ਲਓ ਵੀ ਉਹ ਜਿਹੜੀਆਂ ਸੰਗਤਾਂ ਇਸ ਤਰ੍ਹਾਂ ਜੁੜੀਆਂ ਹੁੰਦੀਆਂ ਸੀ ਨਾ, ਕਦੇ ਕਿਸੇ ਪ੍ਰਕਾਰ ਦੀ ਉਹਨਾਂ ਨੂੰ ਘਾਟ ਨਹੀਂ ਰਹੀ। ਆਖੋ ਸਤਿਨਾਮ। ਜਿਹਨੇ ਗੁਰੂਏ ਖੁਸ਼ ਕਰ ਲਿਆ, ਉਹਨੇ ਹੋਰ ਕੀ ਚਾਹੀਦਾ ਭਾਈ। ਗੁਰੂ ਨੂੰ ਖੁਸ਼ ਕਰਨ ਵਾਸਤੇ ਤਾਂ ਸਿੰਘ ਬੰਦ ਬੰਦ ਕਟਾ ਗਏ ਨੇ। ਗੁਰੂ ਨੂੰ ਖੁਸ਼ ਕਰਨ ਵਾਸਤੇ ਤਾਂ ਖੋਪਰੀਆਂ ਲਹਾਲੀਆਂ ਵਾਸਤੇ ਤਾਂ ਗੁਰਮੁਖ ਪਿਆਰਿਓ ਚਰਖੜੀ ਤੇ ਚੜ ਗਏ ਨੇ। ਇਸ ਕਰਕੇ ਗੁਰੂ ਦੀਆਂ ਖੁਸ਼ੀਆਂ ਕਿਤੇ ਮਾੜੀ ਮੋਟੀ ਗੱਲ ਨਹੀਂ। ਭਾਈ ਹਰਪਾਲ ਸਿੰਘ ਦਾ ਇਤਿਹਾਸ ਸੁਣਿਆ ਸੀ ਨਾ ਪਿੱਛੇ ਜੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਖੁਸ਼ੀ ਲੈਣ ਵਾਸਤੇ ਤੋਤਾ ਮੁੱਲ ਲੈਤਾ, ਤੋਤੇ ਵਾਸਤੇ ਆਪਣੀ ਲੜਕੀ ਵੀ ਵੇਚ ਦਿੱਤੀ ਸੀ ਤੇ ਆਪਣੀ ਭੈਣ ਵੀ ਵੇਚ ਦਿੱਤੀ ਸੀ। ਐਡੀਆਂ ਐਡੀਆਂ ਕੁਰਬਾਨੀਆਂ ਸਿੰਘ ਕਰਦੇ ਰਹੇ ਆ। ਤਾਂ ਗੁਰਮੁਖ ਪਿਆਰਿਓ, ਹੁਣ ਰਾਜਾ ਬੜੀ ਪ੍ਰਸੰਨਤਾ ਦੇ ਨਾਲ ਕੀਮਤੀ ਕੀਮਤੀ ਵਸਤੂਆਂ ਲੈ ਕੇ ਕਈ ਵਾਰ ਆਨੰਦਪੁਰ ਸਾਹਿਬ ਸਤਿਗੁਰੂ ਜੀ ਪਹੁੰਚੇ, ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਪਹੁੰਚਿਆ ਤੇ ਬੜੀਆਂ ਖੁਸ਼ੀਆਂ ਲੈਂਦਾ ਰਿਹਾ। ਮਹਾਰਾਜ ਜੀ ਨੇ ਚਿਤਾਰਿਆ ਨਹੀਂ ਮਨ ਦੇ ਵਿੱਚ ਵੀ ਇਹ ਸਾਡਾ ਨਾਲ ਬੈਰ ਕਰਦਾ ਰਿਹਾ, ਸਾਡੇ ਨਾਲ ਇਹਨੇ ਜੰਗ ਕੀਤੀ ਆ, ਸਾਡੀਆਂ ਵਸਤੂਆਂ ਮੋੜਤੀਆਂ ਸੀ, ਇਹ ਨਹੀਂ ਮਹਾਰਾਜ ਨੇ ਚਿਤਾਰਿਆ। ਸਤਿਗੁਰੂ ਇੰਨਾ ਦਿਆਲੂ ਕਿਰਪਾਲੂ ਆ, ਉਹ ਪਿਛਲੇ ਔਗਣਾਂ ਨੂੰ ਬਖਸ਼ਿਸ਼ ਕਰਕੇ ਤੇ ਗੁਰਮੁਖ ਪਿਆਰਿਓ ਆਪਣੇ ਗਲ ਦੇ ਨਾਲ ਲਾ ਲੈਂਦਾ। ਆਖੋ ਸਤਿਨਾਮ। ਇੱਕੋ ਇੱਕ ਗੁਰੂ ਆ ਜਿਹੜਾ ਔਗਣ ਨਹੀਂ ਚਿਤਾਰਦਾ, ਉਹ ਭੁੱਲਾਂ ਦੀ ਮਾਫੀ ਦੇ ਦਿੰਦਾ ਹੈ, ਉਹ ਬਖਸ਼ਾਂ ਕਰ ਦਿੰਦਾ ਹੈ। ਹੁਣ ਗੁਰਮੁਖ ਪਿਆਰਿਓ, ਅੱਗੇ ਸਾਹਿਬਜ਼ਾਦੇ ਦਾ ਜਨਮ
ਇੱਕ ਵਾਰ ਮਾਤਾ ਸੁੰਦਰੀ ਜੀ ਨੇ ਸਤਿਗੁਰੂ ਜੀ ਅੱਗੇ ਪੁੱਤਰ ਕਾਮਨਾ ਦੀ ਇੱਛਾ ਪ੍ਰਗਟ ਕੀਤੀ ਤਾਂ ਸਤਿਗੁਰੂ ਜੀ ਨੇ ਕਿਹਾ, ਗੁਰੂ ਨਾਨਕ ਦੇਵ ਮਹਾਰਾਜ ਜੀ ਸਰਬ ਇੱਛਾ ਪੂਰਕ ਹਨ, ਉਹ ਤੁਹਾਡੀ ਪੁੱਤਰ ਦੀ ਇੱਛਾ ਪੂਰੀ ਕਰਨਗੇ। ਸਮਾਂ ਪਾ ਕੇ ਮਾਘ ਸੁਦੀ ਚੌਥ ਦਿਨ ਸ਼ੁੱਕਰਵਾਰ ਸੰਮਤ 1743 ਪੌਂਟੇ ਵਿਖੇ ਮਾਤਾ ਸੁੰਦਰੀ ਜੀ ਦੇ ਗਰਭ ਤੋਂ ਸਾਹਿਬਜ਼ਾਦਾ ਪੈਦਾ ਹੋਇਆ। ਘਰ ਵਿੱਚ ਬਹੁਤ ਖੁਸ਼ੀਆਂ ਮਨਾਈਆਂ। ਇਹ ਜਨਮ ਉਦੋਂ ਹੋਇਆ ਸੀ ਜਦੋਂ ਭੰਗੜਾਣੀ ਦਾ ਜੰਗ ਜਿੱਤਿਆ ਸੀ, ਇਸ ਕਰਕੇ ਬਾਬਾ ਜੀਤ ਸਿੰਘ ਨਾਮ ਰੱਖਿਆ ਸੀ। ਜੰਗ ਜਿੱਤਣ ਦੀ ਖੁਸ਼ੀ ਵਿੱਚ ਤੇ ਸਾਹਿਬਜ਼ਾਦੇ ਦਾ ਨਾਮ ਵੀ ਬਾਬਾ ਜੀਤ ਸਿੰਘ ਰੱਖ ਦਿੱਤਾ ਸੀ। ਤਾਂ ਗੁਰਮੁਖ ਪਿਆਰੇ ਬੜੀਆਂ ਖੁਸ਼ੀਆਂ ਮਨਾਈਆਂ ਗਈਆਂ। ਮਾਤਾ ਗੁਜਰੀ ਜੀ ਨੂੰ ਪੋਤਰੇ ਦੇ ਜਨਮ ਦੀਆਂ ਖੁਸ਼ੀਆਂ ਤੇ ਵਧਾਈਆਂ ਮਿਲੀਆਂ। ਮਾਤਾ ਜੀ ਨੇ ਸਭ ਨੂੰ ਜੋ ਘਰ ਵਧਾਈ ਦੇਣ ਵਾਸਤੇ ਆਵੇ ਜਥਾ ਜੋਗ ਧਨ ਕੱਪੜਾ ਫਲ ਮੇਵਾ ਮਿੱਠਾ ਮਿਸ਼ਟਾਨ ਆਦਿਕ ਵੰਡ ਕੇ ਬੜੀਆਂ ਖੁਸ਼ੀਆਂ ਕੀਤੀਆਂ। ਜਦੋਂ ਮਾਤਾ ਸੁੰਦਰੀ ਜੀ 13ਵਾਂ ਨਹਾ ਚੁੱਕੇ ਤਾਂ ਮਾਤਾ ਗੁਜਰੀ ਜੀ ਨੇ ਪ੍ਰੋਹਤ ਦਇਆ ਰਾਮ ਨੂੰ ਕਿਹਾ ਕਿ ਗੁਰੂ ਜੀ ਨੂੰ ਆਖੋ ਕਿ ਸਾਹਿਬਜ਼ਾਦੇ ਦਾ ਨਾਮ ਰੱਖਣ ਜੋ ਬੰਸ ਨੂੰ ਉਜਲ ਕਰਨ ਵਾਲਾ ਹੋਵੇ। ਸਤਿਗੁਰੂ ਜੀ ਨੇ ਫਰਮਾਇਆ ਕਿ ਭੰਗਾਣੀ ਦਾ ਯੁੱਧ ਜਿੱਤ ਕੇ ਇਹਦਾ ਜਨਮ ਹੋਇਆ, ਇਸ ਵਾਸਤੇ ਇਹਦਾ ਨਾਮ ਅਜੀਤ ਸਿੰਘ ਰੱਖ ਦਿਓ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਭੰਗਾਣੀ ਦਾ ਜੰਗ ਜਿੱਤ ਕੇ ਆਇਆ, ਇਸ ਕਰਕੇ ਇਹਦਾ ਨਾਮ ਅਜੀਤ ਸਿੰਘ ਰੱਖ ਦਿਓ। ਜੋ ਬੈਰੀਆਂ ਤੋਂ ਜਿੱਤਿਆ ਨਾ ਜਾਵੇ। ਤਾਂ ਗੁਰਮੁਖ ਪਿਆਰਿਓ, ਮਾਤਾ ਜੀ ਨੇ ਸਾਹਿਬਜ਼ਾਦੇ ਦਾ ਨਾਮ ਬੜੀ ਖੁਸ਼ੀ ਦੇ ਨਾਲ ਸੁਣ ਕੇ ਹੋਰਨਾਂ ਨੂੰ ਸੁਣਾਇਆ, ਜਿਸ ਨੂੰ ਸੁਣ ਕੇ ਸਭ ਨੇ ਮਾਤਾ ਜੀ ਨੂੰ ਵਧਾਈਆਂ ਦਿੱਤੀਆਂ। ਸਾਹਿਬਜ਼ਾਦੇ ਦੇ ਦਰਸ਼ਨ ਕਰਨ ਵਾਸਤੇ ਬਹੁਤ ਸਿੱਖ ਭੇਟਾਂ ਲੈ ਕੇ ਆਏ, ਬਹੁਤ ਭੇਟਾਂ ਲੈ ਕੇ ਆਏ, ਜਿਸ ਕਰਕੇ ਇਹ ਸਮਾਂ ਇੱਕ ਮੇਲੇ ਦਾ ਰੂਪ ਧਾਰਨ ਕਰ ਗਿਆ ਸੀ। ਇੰਨੀ ਸੰਗਤ ਪਹੁੰਚ ਗਈ ਅਨੰਦਪੁਰ ਸਾਹਿਬ ਦੇ ਵਿੱਚ ਕਿ ਇੱਕ ਮੇਲੇ ਦਾ ਰੂਪ ਧਾਰਨ ਕਰ ਗਏ ਜਦੋਂ ਸਾਹਿਬਜ਼ਾਦੇ ਬਾਬਾ ਜੀਤ ਸਿੰਘ ਜੀ ਦੇ ਦਰਸ਼ਨ ਕਰਨ ਵਾਸਤੇ ਆਏ। ਕੱਪੜਿਆਂ ਤੇ ਨਗਦੀ ਮਾਇਆ ਤੇ ਹੋਰ ਪਦਾਰਥਾਂ ਦੇ ਵੱਡੇ ਵੱਡੇ ਢੇਰ ਲੱਗ ਗਏ। ਸਿੰਘ ਖੜੇ ਅਰਦਾਸਾਂ ਕਰਦੇ ਨੇ ਤੇ ਸਤਿਗੁਰੂ ਜੀ ਕਿਰਪਾ ਦ੍ਰਿਸ਼ਟੀ ਨਾਲ ਨਿਹਾਲ ਕਰਕੇ ਸੰਗਤਾਂ ਨੂੰ ਖੁਸ਼ੀਆਂ ਬਖਸ਼ ਦਿੰਦੇ ਆ। ਇਸ ਸਮੇਂ ਗੁਰੂ ਜੀ ਪਾਸ 4 ਸਿੱਖਾਂ ਨੇ ਆਣ ਕੇ ਬੇਨਤੀ ਕੀਤੀ। 4 ਸਿੰਘਾਂ ਨੇ ਆਣ ਕੇ ਬੇਨਤੀ ਕੀਤੀ ਕਿ ਕਿਸੇ ਨੇ ਉਹਨਾਂ ਦੇ ਖੀਸੇ ਕੱਟ ਲਏ, ਗੀਜੇ ਕੱਟ ਲਏ, ਪੈਸੇ ਨਗਦੀ ਕੱਢ ਲਏ ਹਨ। ਗੁਰੂ ਜੀ ਨੇ ਉਹਨਾਂ ਨੂੰ ਇੱਕ ਪਾਸੇ ਬਿਠਾ ਦਿੱਤਾ ਅਤੇ ਆਪਣੇ 2 ਸਿੱਖ ਹੁਕਮ ਕੀਤਾ ਕਿ ਮੇਲੇ ਵਿੱਚ ਇੱਕ ਠੱਗ ਜਿਹਦੇ ਸਿਰ ਤੇ ਲਾਲ ਪੱਗ ਹੈ, ਅੰਤਰਜਾਮੀ ਸੀ ਸਤਿਗੁਰੂ ਜੀ, ਐਵੇਂ ਨਹੀਂ।
महाराज जी कहते ਜਿਹੜੇ ਆ ਮੇਲੇ ਦੇ ਵਿੱਚ ਆਪਣੇ ਸੰਗਤਾਂ ਆਈਆਂ ਹੋਈਆਂ ਨੇ, ਇਹਨਾਂ ਦੇ ਵਿੱਚ ਕਹਿੰਦੇ ਇੱਕ ਠੱਗਾ ਜਿਹਦੇ ਸਿਰ ਦੇ ਉੱਤੇ ਲਾਲ ਪੱਗ ਹੈ, ਲੱਕ ਧੋਤੀ ਹੈ, ਹੱਥ ਵਿੱਚ ਮਾਲਾ ਹੈ ਤੇ ਮੱਥੇ ਤੇ ਚੰਦਨ ਦਾ ਚਿੱਟਾ ਤਿਲਕ ਹੈ। ਮਹਾਰਾਜ ਜੀ ਕਹਿੰਦੇ ਲਿਆਓ ਫੜ ਕੇ ਉਹਨੂੰ, ਉਸ ਨੂੰ ਫੜ ਕੇ ਲਿਆਓ। ਸਿੱਖਾਂ ਨੇ ਇਹਨਾਂ ਨਿਸ਼ਾਨੀਆਂ ਅਨੁਸਾਰ ਹੀ ਇੱਕ ਠੱਗ ਨੂੰ ਫੜ ਕੇ ਉਸ ਦੀਆਂ ਮੁਸਕਾਂ ਬੰਨ੍ਹ ਕੇ ਲੈ ਆਂਦਾ। ਸਤਿਗੁਰੂ ਜੀ ਨੇ ਜਦ ਉਸ ਦੀ ਤਲਾਸ਼ੀ ਕਰਾਈ ਤਾਂ ਉਸ ਪਾਸੋਂ ਸਾਰਾ ਹੀ ਚਾਰੇ ਸਿੱਖਾਂ ਦਾ ਚੁਰਾਇਆ ਹੋਇਆ ਸਮਾਨ ਨਿਕਲਿਆ ਆ। ਸਤਿਗੁਰੂ ਜੀ ਨੇ ਉਹਨਾਂ ਸਿੱਖਾਂ ਨੂੰ ਦੇ ਦਿੱਤਾ ਅਤੇ ਉਸ ਠੱਗ ਨੂੰ ਕੈਦ ਕਰ ਲਿਆ। ਕੁਝ ਦਿਨ ਉਪਰੰਤ ਸਤਿਗੁਰੂ ਜੀ ਨੇ ਉਸ ਠੱਗ ਨੂੰ, ਚੋਰ ਨੂੰ ਸੱਦ ਕੇ ਆਖਿਆ, ਇਹ ਮੂਰਖ, ਤੂੰ ਕਿਸੇ ਕੱਟਣ ਦਾ ਪਾਪ ਕਰਨ ਵਾਸਤੇ ਸਾਡੀ ਆਰਾਧਨਾ ਕੀਤੀ ਸੀ ਕਿ ਗੁਰੂ ਜੀ ਮੇਰਾ ਪਰਦਾ ਢੱਕਣ, ਮੈਂ ਤਿੰਨ ਚੋਰੀਆਂ ਕਰਕੇ ਫੇਰ ਨਹੀਂ ਕਰਾਂਗਾ। ਆਪਣੇ ਮਨ ਵਿੱਚ ਤੂੰ ਇਹਦਾ ਪਰਨ ਸਾਡੇ ਨਾਲ ਕਰਕੇ ਫਿਰ ਲਾਲਚ ਕਰਕੇ ਤੂੰ ਚੌਥੀ ਵਾਰ ਚੋਰੀ ਕਿਉਂ ਕੀਤੀ? ਤੂੰ ਕਿਉਂ ਲਾਲਚ ਕਰਕੇ ਆਪਣਾ ਪਰਨ ਹਾਰ ਦਿੱਤਾ? ਇਸ ਕਰਕੇ ਤੈਨੂੰ ਫੜਨਾ ਹੀ ਸੀ। ਹੁਣ ਤੂੰ ਜੇ ਅੱਗੇ ਤੋਂ ਪਰਨ ਕਰ ਲਵੇਂ ਕਿ ਕੋਈ ਚੋਰੀ ਨਹੀਂ ਕਰਾਂਗਾ ਤਾਂ ਤੈਨੂੰ ਛੱਡ ਦਿੰਦੇ ਹਾਂ। ਖੀਸੇ ਕੱਟ ਕੇ ਚੋਰ ਨੇ ਗੁਰੂ ਜੀ ਤੋਂ ਖਿਮਾ ਮੰਗੀ ਤੇ ਅੱਗੇ ਤੋਂ ਚੋਰੀ ਨਾ ਕਰਨ ਦਾ ਪਰਨ ਕਰ ਲਿਆ। ਤਦ ਗੁਰੂ ਜੀ ਨੇ ਉਸ ਨੂੰ ਚੰਗਾ ਬਣ ਕੇ ਰਹਿਣ ਦਾ ਉਪਦੇਸ਼ ਦਿੱਤਾ। ਮਹਾਰਾਜ ਜੀ ਕਹਿੰਦੇ ਚੰਗੇ ਕੰਮ ਕਰਿਆ ਕਰ, ਭਜਨ ਕਰਿਆ ਕਰ, ਸਿਮਰਨ ਕਰਿਆ ਕਰ। ਛੱਡਦੇ ਕਹਿੰਦੇ ਹੁਣ ਤੈਨੂੰ ਛੱਡਣ ਲੱਗਿਆ, ਅਗਲੀ ਵਾਰ ਨਹੀਂ ਛੱਡਣਾ। ਸਤਿਗੁਰੂ ਜੀ ਨੇ ਕਵੀ ਪਾਸ ਰੱਖਣੇ ਤੇ ਕਵਿਤਾ ਰਚਨੀਆਂ। 52 ਕਵੀ ਸਤਿਗੁਰੂ ਜੀ ਨੇ ਆਪਣੇ ਪਾਸ ਰੱਖੇ। ਉਹ ਕਵੀ ਕੀ ਕਰਦੇ ਸੀ? ਕਵੀ ਕਿਹਨੂੰ ਕਹਿੰਦੇ ਨੇ? ਜਿਹੜੇ ਕਵਿਤਾ ਲਿਖਦੇ ਨੇ। ਕਵਿਤਾ ਲਿਖਣ ਵਾਲੇ ਨੂੰ ਕਵੀ ਕਹਿੰਦੇ ਨੇ। 52 ਕਵੀ ਮਹਾਰਾਜ ਜੀ ਨੇ ਆਪਣੇ ਪਾਸ ਕਵਿਤਾ ਲਿਖਣ ਵਾਲੇ ਰੱਖ ਲਏ। ਸਤਿਗੁਰੂ ਜੀ ਆਪ ਬੜੀ ਸੁੰਦਰ ਕਵਿਤਾ ਰਚਦੇ ਸਨ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਰਗਾ ਕੋਈ ਕਵੀ ਨਹੀਂ ਹੋਇਆ। ਜੇ ਕਵੀਆਂ ਦੇ ਵਿੱਚੋਂ ਗੱਲ ਕਰ ਲਈਏ, ਸਭ ਤੋਂ ਵੱਡੇ ਕਵੀ ਗੁਰੂ ਗੋਬਿੰਦ ਸਿੰਘ ਮਹਾਰਾਜ। ਜੇ ਗੱਲ ਕਰ ਲਈਏ ਯੋਧਿਆਂ ਦੀ, ਸੂਰਮੇ ਦੀ, ਤੇ ਸਭ ਤੋਂ ਵੱਡੇ ਦੁਨੀਆ ਦੇ ਵਿੱਚ ਯੋਧੇ ਹੋਏ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ। ਜੇ ਸਭ ਤੋਂ ਵੱਡੇ ਦਾਨੀ ਦੀ ਗੱਲ ਕਰ ਲਈਏ ਤਾਂ ਸਭ ਤੋਂ ਵੱਡੇ ਦਾਨੀ ਹੋਏ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ, ਜਿਨ੍ਹਾਂ ਨੇ ਆਪਣਾ ਸਾਰਾ ਸਰਵਸਵ ਦਾਨ ਕਰ ਦਿੱਤਾ। ਜੇ ਤਿਆਗੀ ਦੀ ਗੱਲ ਕਰ ਲਈਏ ਤੇ ਸਭ ਤੋਂ ਵੱਡੇ ਤਿਆਗੀ ਗੁਰੂ ਗੋਬਿੰਦ ਸਿੰਘ ਮਹਾਰਾਜ, ਜਿਨ੍ਹਾਂ ਨੇ ਆਨੰਦਪੁਰ ਸਾਹਿਬ ਤਿਆਗ ਦਿੱਤਾ ਸੀ, ਛੱਡ ਦਿੱਤਾ ਸੀ। ਜੇ ਬੈਰਾਗੀ ਦੀ ਗੱਲ ਕਰ ਲਈਏ, ਸਭ ਤੋਂ ਵੱਡੇ ਬੈਰਾਗੀ ਗੁਰੂ ਗੋਬਿੰਦ ਸਿੰਘ ਮਹਾਰਾਜ। ਜੇ ਇਸ ਗੱਲ ਕਰ ਲਈਏ ਗੁਰਮੁਖ ਪਿਆਰਿਓ ਭਗਤੀ ਦੀ, ਤੇ ਦੁਨੀਆ ਦੇ ਵਿੱਚ ਸਭ ਤੋਂ ਵੱਡੇ ਭਗਤੀ ਕਰਨ ਵਾਲੇ ਗੁਰੂ ਗੋਬਿੰਦ ਸਿੰਘ ਮਹਾਰਾਜ, ਜਿਹੜੇ 4 ਯੁੱਗ ਹੇਮਕੁੰਡ ਦੀ ਧਰਤੀ ਤੇ ਚੌਂਕੜਾ ਲੱਗ ਕੇ ਬੈਠੇ ਨੇ। 4 ਯੁੱਗ। ਤਾਂ ਗੁਰਮੁਖ ਪਿਆਰਿਓ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪ ਬੜੀ ਕਵਿਤਾ ਸੁੰਦਰ ਰਚਦੇ ਸਨ। ਇਸ ਕਰਕੇ ਉਹ ਦੂਸਰੇ ਕਵੀਆਂ ਦੇ ਬੜੇ ਕਦਰਦਾਨ ਸਨ। ਇਸੇ ਕਰਕੇ ਜਿਹੜੇ ਕਵੀ ਸੀ ਉਹਨਾਂ ਦੀ ਬੜੀ ਕਦਰ ਕਰਦੇ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ। ਇੱਥੋਂ ਤੱਕ ਕਵੀਆਂ ਦੇ ਮਨ ਦੀਆਂ ਭਾਵਨਾ, ਇੱਛਾ ਪੂਰੀਆਂ ਕਰਦੇ ਸੀ।
ਇੱਥੋਂ ਤੱਕ ਕਿ ਗਰਮ ਪਾਣੀ ਕਰਕੇ ਮਹਾਰਾਜ ਜੀ ਕਵੀਆਂ ਨੂੰ ਦਿਆ ਕਰਦੇ ਸੀ ਇਸ਼ਨਾਨ ਕਰਨ ਵਾਸਤੇ। ਇੰਨਾ ਸਤਿਕਾਰ ਕਰਦੇ ਸੀ। ਦੂਰੋਂ ਦੂਰੋਂ ਕਵੀ ਜਨ ਸੁੰਦਰ ਕਵਿਤਾ ਰਚ ਕੇ ਆਪ ਜੀ ਪਾਸ ਲਿਆਉਂਦੇ ਅਤੇ ਆਪ ਜੀ ਉਹਨਾਂ ਨੂੰ ਜਥਾਯੋਗ ਇਨਾਮ ਦਿੰਦੇ। ਸਤਿਗੁਰੂ ਜੀ ਦੀ ਪ੍ਰਸਿੱਧਤਾ ਸਾਰੇ ਦੱਖਣ ਪੱਛਮ ਉੱਤਰ ਪੂਰਬ ਵਿੱਚ ਫੈਲ ਗਈ ਕਿ ਆਪ ਜੀ ਵੀ ਚੋਟੀ ਦੇ ਕਵੀ ਹਨ। ਸਾਰਿਆਂ ਨੂੰ ਪਤਾ ਲੱਗ ਗਿਆ ਵੀ ਸਤਿਗੁਰੂ ਕਲਗੀਧਰ ਪਾਤਸ਼ਾਹ ਬੜੇ ਚੋਟੀ ਦੇ ਕਵੀ ਨੇ ਤੇ ਕਵੀਆਂ ਦੇ ਕਦਰਦਾਨ ਪਾਰਖੂ ਹਨ। ਆਪ ਜੀ ਤੋਂ ਬਖਸ਼ਿਸ਼ਾਂ ਪ੍ਰਾਪਤ ਕਰਕੇ ਕਈ ਤਾਂ ਸਦਾਬਾਦ ਤੇ ਆਪ ਜੀ ਦੇ ਪਾਸ ਹੀ ਠਹਿਰ ਗਏ। ਕਹਿੰਦੇ ਰਹਿਣੀ ਗੁਰੂ ਦੇ ਕੋਲ ਆ, ਸਤਿਗੁਰੂ ਜੀ ਦੇ ਕੋਲ ਹੀ ਰਹਿਣਾ ਹੈ। ਛੱਡ ਕੇ ਸਭ ਕੁਝ ਸਤਿਗੁਰੂ ਜੀ ਦੇ ਪਾਸ ਠਹਿਰ ਗਏ। ਹੁਣ ਸਤਿਗੁਰੂ ਜੀ ਪਾਸ 4 ਪ੍ਰਕਾਰ ਦੇ ਸ਼ਰਧਾਲੂਆਂ ਦੀ ਭੀੜ ਲੱਗੀ ਰਹਿੰਦੀ ਆ। ਨੰਬਰ 1 ਸਿੱਖ ਸੰਗਤ ਦਰਸ਼ਨ ਅਭਿਲਾਖੀ ਤੇ ਮਨੋਕਾਮਨਾ ਦੀ ਪੂਰਤੀ ਵਾਲੇ, ਦਰਸ਼ਨ ਕਰਨ ਵਾਸਤੇ, ਦਰਸ਼ਨਾਂ ਦੇ ਜਿਹੜੇ ਭੁੱਖੇ ਤੇ ਮਨੋਕਾਮਨਾ ਦੀ ਪੂਰਤੀ ਵਾਸਤੇ ਉਹ ਅਭਿਲਾਖੀ। ਨੰਬਰ 2 ਜਾਨਾਂ ਵਾਰ ਕੇ ਖੁਸ਼ੀ ਲੈਣ ਵਾਲੇ ਯੋਧੇ। ਐਸੇ ਵੀ ਯੋਧੇ ਜਿਹੜੇ ਆਉਂਦੇ ਸੀ ਗੁਰੂ ਦੇ ਕੋਲ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਸਤੇ। ਨੰਬਰ 3 ਕਵੀ ਤੇ ਗੁਣੀਵਾਨ। ਨੰਬਰ 4 ਸਾਧੂ ਸੰਤ ਮਹਾਤਮਾ ਪੀਰ ਮੁਨੀ ਬੈਰਾਗੀ ਸੰਨਿਆਸੀ ਜੋਗੀ ਆਦਿਕ ਆਤਮਾ ਪਰਮਾਤਮਾ ਦੇ ਸੰਬੰਧ ਵਿੱਚ ਬਚਨ ਵਿਲਾਸ ਕਰਨ ਵਾਲੇ, ਇਹ ਗੁਰੂ ਜੀ ਦੇ ਕੋਲ ਆਉਂਦੇ ਸਨ। ਅੱਗੇ ਮੀਆਂ ਖਾਂ ਤੇ ਅਲਪ ਖਾਂ ਦੀ ਚੜ੍ਹਾਈ। ਤਾਂ ਗੁਰਮੁਖ ਪਿਆਰਿਓ, ਕੁਝ ਚਿਰ ਤੋਂ ਪਹਾੜੀ ਰਾਜਿਆਂ ਵੱਲੋਂ ਮਾਮਲਾ ਨਾ ਪਹੁੰਚਣ ਕਰਕੇ ਔਰੰਗਜ਼ੇਬ ਨੇ ਆਪਣੇ ਮੀਆਂ ਖਾਨ ਨੂੰ ਉਹਨਾਂ ਤੋਂ ਮਾਮਲਾ ਲੈਣ ਵਾਸਤੇ ਭੇਜਿਆ। ਹੁਣ ਮੀਆਂ ਖਾਂ ਤਾਂ ਆਪ ਜੰਮੂ ਵੱਲ ਚਲਿਆ ਗਿਆ ਅਤੇ ਉਸਨੇ ਆਪਣੇ ਭਾਣਜੇ ਅਲਫ ਖਾਨ ਨੂੰ ਨਦੌਣ ਵੱਲ ਭੇਜਿਆ। ਅਲਫ ਖਾਨ ਨੇ ਆਪਣੇ ਇੱਕ ਦੂਤ ਰਾਜਾ ਕਿਰਪਾਲ ਚੰਦ ਕੋਟਚੀਏ ਪਾਸ ਨਦੌਣ ਭੇਜ ਕੇ ਉਸ ਨੂੰ ਆਖਿਆ ਕਿ ਤੇਰੇ ਵੱਲ ਜਿਤਨਾ ਬਾਦਸ਼ਾਹੀ ਮਾਇਆ ਨਿਕਲਦੀ ਹੈ ਉਹ ਛੇਤੀ ਤੋਂ ਛੇਤੀ ਦੇ, ਨਹੀਂ ਤਾਂ ਜੰਗ ਵਾਸਤੇ ਤਿਆਰ ਹੋ ਜਾ। ਕਹਿੰਦੇ ਔਰੰਗਜ਼ੇਬ ਦਾ ਸੁਨੇਹਾ। ਇਹ ਸੁਨੇਹਾ ਸੁਣ ਕੇ ਕਿਰਪਾਲ ਚੰਦ ਕੁਝ ਧਨ ਲੈ ਕੇ ਅਧੀਨਗੀ ਅਨੁਸਾਰ ਅਲਫ ਖਾਨ ਨੂੰ ਜਾ ਮਿਲਿਆ ਤੇ ਚਲਾਕੀ ਨਾਲ ਬੇਨਤੀ ਕੀਤੀ ਕਿ ਸਾਡੇ 22 ਧਾਰ ਦੇ ਰਾਜਿਆਂ ਵਿੱਚੋਂ ਭੀਮ ਚੰਦ ਕਹਿਲੂਰ ਪਤੀ ਸਭ ਤੋਂ ਵੱਡਾ ਰਾਜਾ ਹੈ। ਤੁਸੀਂ ਪਹਿਲਾਂ ਉਸ ਤੋਂ ਮਾਮਲਾ ਲੈ ਲਵੋ, ਉਪਰੰਤ ਦੂਜੇ ਰਾਜੇ ਆਪੇ ਹੀ ਸਾਰੇ ਦੇ ਦੇਣਗੇ। ਕਿਉਂਕਿ ਜਦ ਇੱਕ ਭੀਮ ਚੰਦ ਆਪਣਾ ਮਾਮਲਾ ਨਹੀਂ ਦੇਵੇਗਾ, ਦੂਸਰੇ ਵੀ ਟਾਲ ਦੇਣਗੇ। ਜੇ ਕਹਿਲੂਰੀਆ ਰਾਜਾ ਤੁਹਾਡੇ ਨਾਲ ਯੁੱਧ ਕਰੇਗਾ ਤਾਂ ਅਸੀਂ ਤੁਹਾਡੀ ਮਦਦ ਕਰਾਂਗੇ। ਜਦ ਕਿਰਪਾਲ ਚੰਦ ਦੀ ਇਹ ਗੱਲ ਅਲਫ ਖਾਨ ਨੇ ਮੰਨ ਲਈ ਤਾਂ ਉਹ ਉਸ ਨੂੰ ਸੈਨਾ ਸਹਿਤ ਆਪਣੀ ਰਾਜਧਾਨੀ ਨਦੌਣ ਵਿੱਚ ਲੈ ਆਇਆ। ਨਦੌਣ ਵਿੱਚ ਡੇਰਾ ਕਰਕੇ ਅਲਫ ਖਾਨ ਨੇ ਭੀਮ ਚੰਦ ਨੂੰ ਸੁਨੇਹਾ ਭੇਜ ਦਿੱਤਾ ਕਿ ਸਰਕਾਰੀ ਮਾਮਲਾ ਜੋ ਤੇਰੇ ਵੱਲ ਬਾਕੀ ਰਹਿੰਦਾ ਹੈ ਛੇਤੀ ਲੈ ਕੇ ਮੇਰੇ ਪਾਸ ਹਾਜ਼ਰ ਹੋ, ਨਹੀਂ ਤਾਂ ਮੈਂ ਤੇਰੇ ਪਾਸੋਂ ਫੌਜ ਦੇ ਜ਼ੋਰ ਨਾਲ ਵਸੂਲਾਂਗਾ। ਅਲਫ ਖਾਂ ਤੇ ਦੂਤ ਪਾਸੋਂ ਭੀਮ ਚੰਦ ਨੂੰ ਪਤਾ ਲੱਗ ਗਿਆ ਕਿ ਰਾਜਾ ਕਿਰਪਾਲ ਚੰਦ ਨੇ ਆਪਣੇ ਮਤਬਲ ਵਾਸਤੇ ਅਲਫ ਖਾਨ ਨੂੰ ਨਾਲ ਮਿਲ ਗਿਆ ਹੈ। ਤਾਂ ਫਿਰ ਭੀਮ ਚੰਦ ਨੇ ਆਪਣੀ ਪੱਖਵਾਦੀ ਦੂਜੇ ਰਾਜਿਆਂ ਨੂੰ
अपने पास सद के सलाह की कि अल्प खां नूं असी कोई मामला नहीं देना, असी उसनूं कोई माया नहीं देनी, जे युद्ध करना पवे तो जरूर करांगे। भीम चंद दी इस विचार का उसके वजीर ने उत्तर दिता कि जे अल्प खां नाल जंग करना है तो गुरु जी नूं अपनी सहायता वास्ते बेनती करो। जे गुरु जी तुहाडी सहायता करनगे फिर कोई जंग करना औखा नहीं है। वजीर की यह गल सुन के भीम चंद ने बहुत ही गुरु जी पास अपना एक मंत्री भेज के बेनती की कि कृपाल चंद नाल मिल के अल्प खां ने बहुत लश्कर इकट्ठा कर लिया, बहुत फौज इकट्ठी कर ली है अते राजा भीम चंद नूं आख के भेजा है, उसनूं अपना कई सालों का बाकी रहिंदा मामला देवे, नहीं तो जंग वास्ते तैयार हो जाए। एक बड़ी नीति की गल सुन के भीम चंद ने मैनू तुहाडे पास बेनती लैके भेजिया। उसने तुहाडे भरोसे उत्ते ही अल्प खां नाल लड़ना चाहिया, तुसीं कृपा करके साडी सहायता करो। मंत्री दे पासों वजीर दे पासों भीम चंद का यह सुनेहा सुन के सतगुरु जी ने विचारिया कि ये गल सारे प्रसिद्ध हो गई कि भीम चंद ते तुहाडा मेल मिलाप है। जे राजा भीम चंद हार गया तो ये गल ठीक नहीं होवेगी, फिर सानू लोग बेले सिर अपने साथी की सहायता ना करन दा दोष देणगे। इस करके राजा भीम चंद की जित कराउण वास्ते सानू तुहाडी सहायता चाहिए अते उहदी सहायता करनी चाहिए। ये विचार करके गुरु जी ने राजे दे वजीर नूं आख्या, कहंदे राजे नूं साडे वल्लों दस देना कि असीं कल सवेरे तैयार होके उस पास पहुँच जावांगे, राजा कोई चिंता ना करे। महाराज जी कहंदे जाओ राजे नूं कह दिओ भीम चंद नूं कोई चिंता ना करे, असीं कल नूं उन्हां दे पास पहुँच जावांगे। जदों वजीर ने राजे भीम चंद नूं गुरु जी वल्लों यह सुनेहा जाके दिता तां ओह बड़ा खुश होया अते उसने सेना तैयार करके जंग का बिगल बजा दिता। तैयारी करके भीम चंद सीधा ही अल्प खां वल फौज लैके चलिया गया। ते सतगुरु गुरु गोबिंद सिंह महाराज जी विचित्र नाटक ग्रंथ दे विच लिखते ने, कहते युद्ध काज निरप हमें बुलायो, आप तबन की ओर सधायो। हुण गुरमुख प्यारे दूसरा युद्ध नदाउण राजा भीम चंद दे नाल उसदे सहाई दूसरे ये राजे सन, जिवें राजा राम सिंह जसवालीआ इसदी राजधानी जसवाल सी अते एक कोटचीया राजपूतां दी एक साख सी, और दूसरा राजा पृथ्वी चंद डडवालिया जिसदी राजधानी दातारपुर सी, ये राजपूतां दी एक साख सी। तीजा राजा सुखदेव जसरोटिया जिसदी राजधानी जसरोटा सी, ये जसवालिया पूत दी एक राज साख सी। तो गुरमुख प्यारे फिर सतगुरु महाराज जी भीम चंद राजियां ते इन्हां राजियां दी सेना सहित चढ़ाई करके नदाउण पहुँच गया। राजा कृपाल चंद नदाउण नवरस नाम की उच्ची पहाड़ी उत्ते लकड़ा नाल किला बनाना, लकड़ा नाल किला वर्गा एक बड़ा बना के उस विच फौज नूं बिठाया होया सी। जदों भीम चंद दी इस सामने फौज बैठी हुई तां बाड़े दे अंदर ते बाहरों दोवां पासे तो गोलियां चलन लग पईयां ते मारो मारी होण लग पई।
ਤਾਂ ਗੁਰਮੁਖ ਪਿਆਰਿਓ, ਜਦੋਂ ਭੀਮ ਚੰਦ ਦੀ ਕਿਰਪਾਲ ਚੰਦ ਅੱਗੇ ਕੋਈ ਪੇਸ਼ ਨਾ ਗਈ ਤਾਂ ਉਸਨੇ ਛੇਤੀ ਹੀ ਇੱਕ ਸਵਾਰ ਨੂੰ, ਜਦੋਂ ਭੀਮ ਚੰਦ ਦੀ ਕਿਰਪਾਲ ਅੱਗੇ ਕੋਈ ਪੇਸ਼ ਨਾ ਗਈ ਤਾਂ ਉਸਨੇ ਛੇਤੀ ਹੀ ਇੱਕ ਸਵਾਰ ਨੂੰ, ਘੋੜਸਵਾਰ ਨੂੰ ਸਤਿਗੁਰੂ ਜੀ ਦੇ ਪਾਸ ਭੇਜ ਕੇ ਬੇਨਤੀ ਕੀਤੀ ਕਿ ਛੇਤੀ ਹੀ ਸਹਾਈ ਹੋਵੋ। ਬੈਰੀ ਉੱਚੀ ਥਾਂ ਤੇ ਲੱਕੜ ਦੇ ਕਿਲੇ 'ਚ ਹੋਣ ਕਰਕੇ ਸਾਡੇ ਕਾਬੂ ਨਹੀਂ ਆਉਂਦਾ, ਸਾਡੇ ਆਦਮੀ ਦਾ ਬਹੁਤ ਨੁਕਸਾਨ ਹੋ ਰਿਹਾ। ਜਥਾ ਉਕਤ ਤਦ ਸਵਾਰ ਹੋ ਕੇ ਗੁਰੂ ਜੀ ਪਾਸ ਪੁੱਜ ਕੇ ਭੀਮ ਚੰਦ ਵੱਲੋਂ ਬੇਨਤੀ ਕੀਤੀ ਗਈ ਤਾਂ ਆਪ ਜੀ ਛੇਤੀ ਹੀ ਘੋੜ ਸਵਾਰ ਹੋ ਕੇ ਯੁੱਧ ਭੂਮੀ ਵਿੱਚ ਆਣ ਪਹੁੰਚੇ। ਸਤਿਗੁਰੂ ਜੀ ਨੇ ਅੱਗੇ ਹੋ ਕੇ ਪਹਾੜੀ ਸੈਨਾ ਨੂੰ ਲਲਕਾਰਿਆ ਅਤੇ ਬਾੜ ਦੇ ਸਾਹਮਣੇ ਹੋ ਕੇ ਸਿੰਘਾਂ ਪਾਸੋਂ ਹੱਲਾ ਕਰਵਾ ਦਿੱਤਾ। ਦੋਹਾਂ ਪਾਸਿਆਂ ਤੋਂ ਤੜਾ ਤੜ ਗੋਲੀਆਂ ਚੱਲਣ ਲੱਗ ਪਈਆਂ ਅਤੇ ਜਵਾਨ ਫੱਟੜ ਹੋ ਕੇ ਡਿੱਗਣ ਲੱਗ ਪਏ। ਧਰਤੀ ਲਹੂ ਨਾਲ ਲਾਲ ਹੋ ਗਈ। ਫਿਰ ਬਰਸੀਆਂ ਤੇ ਤੀਰਾਂ ਨਾਲ ਲੜਾਈ ਹੋਣ ਲੱਗੀ। ਗੁਰੂ ਜੀ ਨੇ ਸੂਰਮਿਆਂ ਵਿੱਚ ਐਸਾ ਜੋਸ਼ ਭਰਿਆ ਕਿ ਕਿਲੇ ਤੋਂ ਬਾਹਰ ਜਿਹੜਾ ਕਿਰਪਾਲ ਚੰਦ ਤੇ ਅਲਫ ਖਾਂ ਦੀ ਫੌਜ ਲੜ ਰਹੀ ਸੀ, ਉਹ ਸਾਰੀ ਭੱਜ ਉੱਠੀ, ਲੋਥ ਤੇ ਲੋਥ ਚੜ੍ਹ ਦਿੱਤੀ। ਇਸ ਦਾ ਵਰਣ ਸਤਿਗੁਰੂ ਜੀ ਨੇ ਬਚਿੱਤਰ ਨਾਟਕ ਦੇ ਵਿੱਚ ਇਉਂ ਕੀਤਾ ਹੈ। ਮਹਾਰਾਜ ਜੀ ਕਹਿੰਦੇ, ਤਵੇ ਭੀਮ ਚੰਦਨ ਕੀਓ ਕਰੋਪ ਆਪੰ, ਹਨੂਮਾਨ ਕੈ ਮੰਤਰ ਕੋ ਮੁਖ ਜਾਪੰ, ਸਭੇ ਵੀਰ ਬੋਲੇ ਹਮੇ ਭੀ ਬੁਲਾਇੰ, ਤਬੇ ਢੋਕੈ ਸੋ ਨੀਕੇ ਸਦਾਇੰ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਚਿੱਤਰ ਨਾਟਕ ਗ੍ਰੰਥ ਦੇ ਵਿੱਚ ਲਿਖਿਆ। ਤਾਂ ਗੁਰਮੁਖ ਪਿਆਰਿਓ, ਰਾਜਾ ਚਿੱਬੜਵਾਲੀਆ ਦਿਆਲ ਚੰਦ ਦੀ ਮੌਤ, ਜਦੋਂ ਕਿਰਪਾਲ ਚੰਦ ਦੇ ਕਿਲੇ ਦੇ ਬਾਹਰਲੇ ਸੈਨਿਕ ਬਹੁਤ ਸਾਰੇ ਮਾਰੇ ਗਏ ਤੇ ਕੁਝ ਭੱਜ ਗਏ ਤਾਂ ਆਪਣੀ ਹਾਰ ਹੁੰਦੀ ਵੇਖ ਕੇ ਉਹਨਾਂ ਨੇ ਕਿਲੇ ਦੇ ਅੰਦਰ ਸਲਾਹ ਕੀਤੀ ਕਿ ਇਸ ਤਰ੍ਹਾਂ ਅੰਦਰ ਘੇਰੇ 'ਚ ਆਣ ਕੇ ਮਰਨ ਨਾਲੋਂ ਤਾਂ ਬਾਹਰ ਨਿਕਲ ਕੇ ਮਰਨਾ ਠੀਕ ਹੈ। ਤਾਂ ਗੁਰਮੁਖ ਪਿਆਰਿਓ, ਰਾਜਾ ਦਿਆਲ ਚੰਦ ਚਿੱਬੜਵਾਲੀਏ ਨੇ ਕਿਰਪਾਲ ਚੰਦ ਕੋਟਚੀਏ ਨੂੰ ਆਖਿਆ ਕਿ ਭੀਮ ਚੰਦ ਨੇ ਆਪਣੀ ਸਹਾਇਤਾ ਵਾਸਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਨਾਲ ਲੈ ਕੇ ਸਾਡੇ ਕਿਲੇ ਨੂੰ ਘੇਰਾ ਪਾਇਆ ਹੈ। ਜੇਕਰ ਭੀਮ ਚੰਦ ਨੇ ਹੁਣ ਸਾਨੂੰ ਜਿੱਤ ਲਿਆ ਤਾਂ ਸਾਰੇ ਰਾਜੇ ਮਖੌਲ ਕਰਨਗੇ। ਇਸ ਵਾਸਤੇ ਦੋਹਾਂ ਨੂੰ ਇੱਕ ਮੁੱਠ ਹੋ ਕੇ ਭੀਮ ਚੰਦ ਉੱਤੇ ਪੈ ਜਾਣਾ ਚਾਹੀਦਾ ਹੈ। ਦੋਹਾਂ ਨੇ ਇਹ ਮਤਾ ਕਰਕੇ ਆਪਣੇ ਵੀਰਾਂ ਨੂੰ ਲਲਕਾਰ ਕੇ ਬੰਦੂਕਾਂ, ਤੀਰਾਂ ਤੇ ਨੇਜ਼ਾਂ ਭਾਲਿਆਂ ਨਾਲ ਬਾੜੇ ਤੋਂ ਬਾਹਰ ਨਿਕਲ ਕੇ ਮਾਰੋ ਮਾਰੀ ਕਰਕੇ ਬੜੇ ਜ਼ੋਰ ਦਾ ਹੱਲਾ ਬੋਲ ਦਿੱਤਾ। ਯੁੱਧ ਦੇ ਵੀਰਾਂ ਨੇ ਜੋਸ਼ ਦੇਣ ਵਾਸਤੇ ਬਾਜੇ, ਢੋਲ, ਨਗਾਰੇ, ਨਫਰੀਆਂ ਆਦਿਕ ਮਾਰੂ ਰਾਗ ਦੇ ਸਾਜ਼ ਜ਼ੋਰ ਨਾਲ ਵੱਜਣ ਲੱਗੇ। ਦੋਹਾਂ ਪਾਸਿਆਂ ਤੋਂ ਬੜੀ ਕਟਾਬੜੀ ਹੋਈ ਤੇ ਨੇਕਾਂ ਸੂਰਮੇ ਯੁੱਧ ਭੂਮੀ ਵਿੱਚ ਲੇਟ ਕੇ ਲਹੂ ਦੀਆਂ ਨਦੀਆਂ ਚੱਲ ਪਈਆਂ। ਧਰਤੀ ਗੁਰਮੁਖ ਪਿਆਰਿਓ ਲਾਲ ਹੋ ਗਈ। ਇਸ ਹਲਾਹੋਲ ਤੇ ਕਟਾਬੜੀ ਵਿੱਚ ਚਿੱਬੜਵਾਲੀਏ ਦਿਆਲ ਨੇ ਕਿਰਪਾਲ ਕੋਟਚੀਏ ਨੂੰ ਲਲਕਾਰਿਆ ਤੇ ਸਾਰੇ ਯੋਧੇ ਇੱਕ ਮੁੱਠ ਹੋ ਕੇ ਬੈਰੀ ਉੱਤੇ ਪੈ ਜਾਓ। ਜਦ ਆਮੋ ਸਾਹਮਣੇ ਹੋ ਕੇ ਬੜਾ ਜ਼ੋਰ ਦਾ ਯੁੱਧ ਹੋਣ ਲੱਗਾ ਤਾਂ ਪ੍ਰਿਥੀ ਚੰਦ ਡੱਡਵਾਲੀਏ ਨੇ ਬੜੀ ਬਹਾਦਰੀ ਨਾਲ ਵਾਰ ਕਰਕੇ ਬੈਰੀਆਂ ਨੂੰ ਅੱਗੇ ਲਾ ਲਿਆ। ਜਦ ਕਿਰਪਾਲ ਚੰਦ ਕੋਟਚੀਏ ਦੇ ਪੈਰ ਹਿੱਲ ਗਏ ਤਾਂ ਦਿਆਲ ਚਿੱਬੜਵਾਲੀਏ ਨੇ ਅੱਗੇ ਹੋ ਕੇ ਸਾਰੇ ਯੋਧਿਆਂ ਨੂੰ ਲਲਕਾਰਾ ਮਾਰਿਆ ਕਿ ਭੱਜੇ ਕਿੱਥੇ ਜਾਂਦੇ ਹੋ, ਤਕੜੇ ਹੋ ਕੇ ਲੜੋ। ਤਾਂ ਦਿਆਲ ਸੂਰਮੇ ਨੂੰ ਇਸ ਤਰ੍ਹਾਂ ਅੜਿਆ ਵੇਖ ਕੇ ਭੀਮ ਚੰਦ ਨੇ
ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅੱਗੇ ਬੇਨਤੀ ਕੀਤੀ ਕਿ ਮਹਾਰਾਜ ਜੀ ਇਸ ਨੂੰ ਮਾਰ ਕੇ ਫਤਿਹ ਪ੍ਰਾਪਤ ਕਰਕੇ ਮੇਰੀ ਲਾਜ ਰੱਖੋ। ਜਿੱਤ ਹਾਰ ਤੁਹਾਡੇ ਜੁਮੇ ਹੈ। ਹੁਣ ਤੁਹਾਡੇ ਤੇ ਆਸ ਆ, ਸਾਨੂੰ ਤੁਸੀਂ ਕਿਰਪਾ ਕਰ ਸਕਦੇ ਹੋ। ਸਤਿਗੁਰੂ ਜੀ ਨੇ ਗੁਰਮੁਖ ਪਿਆਰਿਓ ਫਿਰ ਬਚਿੱਤਰ ਨਾਟਕ ਦੇ ਵਿੱਚ ਲਿਖਿਆ, ਸਤਿਗੁਰੂ ਜੀ ਨੇ ਭੀਮ ਚੰਦ ਦੀ ਬੇਨਤੀ ਪ੍ਰਵਾਨ ਕਰਕੇ ਬੰਦੂਕ ਸੰਭਾਲੀ ਤੇ ਘੋੜੇ ਨੂੰ ਤੇਜ਼ ਕਰਕੇ ਦਿਆਲ ਦੇ ਸਾਹਮਣੇ ਜਾ ਕੇ ਉਸ ਨੂੰ ਲਲਕਾਰਿਆ ਕਿ ਤਕੜਾ ਹੋ ਜਾ ਪੁੱਤਰਾ, ਹੁਣ ਅਸੀਂ ਆ ਗਏ ਆ। ਗੁਰੂ ਜੀ ਦੀ ਲਲਕਾਰ ਸੁਣ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਦਿਆਲ ਨੇ ਬਹੁਤ ਤਿੱਖੇ ਬਾਣ ਚਲਾਏ, ਪਰ ਗੁਰੂ ਜੀ ਨੇ ਕੋਈ ਵੀ ਲੱਗਣ ਨਾ ਦਿੱਤਾ। ਫਿਰ ਗੁਰੂ ਜੀ ਨੇ ਨਿਸ਼ਾਨਾ ਬਿੰਨ ਕੇ ਦਿਆਲ ਨੂੰ ਬੰਦੂਕ ਦੀ ਗੋਲੀ ਮਾਰੀ, ਜਿਸ ਨਾਲ ਉਹ ਬਿਰਸ ਦੇ ਟਾਣੇ ਵਾਂਗੂ ਘੋੜੇ ਤੋਂ ਡਿੱਗ ਕੇ ਦੜਮ ਧਰਤੀ ਦੇ ਉੱਤੇ ਡਿੱਗ ਗਿਆ। ਤਾਂ ਗੁਰਮੁਖ ਪਿਆਰੇ ਦਿਆਲ ਦੀ ਮੌਤ ਨਾਲ ਕਿਰਪਾਲ ਚੰਦ ਆਦਿਕ ਸਭ ਸੂਰਮਿਆਂ ਨੂੰ ਬੜਾ ਸੋਗ ਹੋਇਆ। ਦੁਸ਼ਮਣਾਂ ਦੇ ਹੌਸਲੇ ਟੁੱਟ ਗਏ ਵੇਖ ਕੇ ਭੀਮ ਚੰਦ ਦੇ ਸਾਥੀਆਂ ਨੇ ਇੱਕ ਵਾਰ ਗੋਲੀਆਂ ਬੰਦੂਕਾਂ ਤੇ ਤੀਰਾਂ ਦੀ ਤੜਾ ਤੜ ਝੜੀ ਲਾ ਦਿੱਤੀ। ਸਤਿਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦ ਵੇਖਿਆ ਕਿ ਕਿਰਪਾਲ ਚੰਦ ਅਲਫ ਖਾਂ ਦੇ ਕੁਝ ਸਾਥੀ ਅਜੇ ਵੀ ਲੜ ਰਹੇ ਨੇ, ਤਾਂ ਆਪ ਜੀ ਨੇ ਬੰਦੂਕ ਰਾਈਫਲ ਰੱਖ ਕੇ ਧੁਨਸ ਬਾਣ ਹੱਥ ਵਿੱਚ ਫੜ ਲਿਆ। ਫਿਰ ਘੋੜੇ ਨੂੰ ਤੇਜ਼ ਕਰਦੇ ਆਪ ਜੀ ਨੇ 4 ਤੀਰ ਸੱਜੇ ਹੱਥ ਅਤੇ 3 ਤੀਰ ਖੱਬੇ ਹੱਥ ਦੁਸ਼ਮਣਾਂ ਵੱਲ ਚਲਾਏ। ਤੇ ਗੁਰੂ ਜੀ ਕਥਨ ਕਰਦੇ ਹਨ ਕਿ ਪਤਾ ਨਹੀਂ ਇਹ 7 ਤੀਰ ਕਿਸ ਨੂੰ ਜਾ ਲੱਗੇ, ਪਰ ਬੈਰੀ ਦਲਾਂ ਵਿੱਚ ਇਹਨਾਂ ਤੀਰਾਂ ਨਾਲ ਭਾਜਣਾ ਪੈ ਗਈਆਂ। ਆਓ ਬਾਕੀ ਕਰਾਂਗੇ ਵਿਚਾਰ, ਕੱਲ੍ਹ ਨੂੰ ਸਮਾਂ ਬੜਾ ਹੋ ਚੱਲਿਆ। ਗੁਰਬਾਣੀ ਪੜ੍ਹਦਿਆਂ ਸੁਣਦਿਆਂ ਕੋਲੋਂ, ਗੁਰ ਇਤਿਹਾਸ ਦੀਆਂ ਵਿਚਾਰਾਂ ਕਰਦਿਆਂ ਕੋਲੋਂ ਇੱਕ ਨਹੀਂ ਨਿੱਕਾ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ। ਸੰਗਤਾਂ ਸਤਿਗੁਰੂ ਜੀ ਬਖਸ਼ਣਹਾਰ ਹਨ। ਅੱਗੋਂ ਬਾਤ ਤੇ ਸਿਰ 'ਤੇ ਮੇਰਾ ਪ੍ਰਯਤਨ ਰੱਖ ਕੇ ਸ਼ੁੱਧ ਸਪਸ਼ਟ ਗੁਰਬਾਣੀ ਪੜ੍ਹਨ ਦੀ, ਸੇਵਾ ਕਰਨ ਦੀ, ਕਥਾ ਕੀਰਤਨ ਕਰਨ ਦੀ, ਗੁਰੂ ਘਰ ਦੀ ਸੇਵਾ ਕਰਨ ਦੀ ਸੋਝੀ ਆ ਜਾਏ। ਲੋਕ ਸੁਖੀਏ ਪ੍ਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਸੁਆਓ ਜੋ ਦੇਖਦੀ ਸੇਵਾ ਹੈ ਸਰਦਾਰ ਅਰਸ਼ਦੀਪ ਸਿੰਘ, ਸਰਦਾਰ ਅਰਸ਼ਦੀਪ ਸਿੰਘ ਇਹਨਾਂ ਪਰਿਵਾਰ ਵੱਲੋਂ ਦੇਖਦੀ ਸੇਵਾ ਹੈ। ਸ਼ਲੋਕ ਦੇ ਵਿੱਚ ਬੋਲ ਕੇ ਰਚਨਾ ਨੂੰ ਪਵਿੱਤਰ ਕਰੀਏ। ਅਰਦਾਸ ਹੁਕਮਨਾਮਾ ਸਾਹਿਬ ਕੜਾ ਪ੍ਰਸਾਦ ਦਿੰਦੇ ਗੱਲ ਲੈ ਕਰਕੇ ਫਿਰ ਆਪੋ ਆਪਣੇ ਕਾਰੋ ਵਿਹਾਰ ਕਰਨੇ ਨੇ। ਲੋਕ ਸੁਖੀਏ ਪ੍ਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਵੇਲੇ। ਸ਼ਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਤਰਤ ਮਹਤ, ਦਿਵਸ ਰਾਤ ਦੋ ਦਾਈ ਦਾਇਆ, ਖੇਲੇ ਸਗਲ ਜਗਤ, ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ, ਜਿਨੀ ਨਾਮ ਤੇ ਆਇਆ, ਗਏ ਮਸਕਤ ਕਾਲ, ਨਾਨਕ ਤੇ ਮੁਖੇ ਉਜਲੇ, ਕੀਤੀ ਛੁੱਟੀ ਨਾਲ, ਜਿਨੀ ਨਾਮ ਤੇ ਆਇਆ, ਗਏ ਮਸਕਤ ਕਾਲ, ਨਾਨਕ ਤੇ ਮੁਖੇ ਉਜਲੇ, ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਫਤਿਹ।